डंडौत बंदन अनक बार, सर्व कला समरथ डोलन ते राखो प्रभु, नानक दे कर हथ। तू मेरो मेर पर्वत स्वामी, ओट गई मैं तेरी। ना तुम डुल हो ना हम गिरते, रख लीनी हर मेरी। सतनाम धन वाहिगुरु ਸਾਹਿਬ जी। पतित उदाहरण पै हरन, हरे अनाथ के नाथ। कहो नानक तह जानिए, सदा बसत तुम साथ। तन धन जेह तो कौ दियो, तास्यों नेह ना कीना। कहो नानक नर बावरे, अब क्यों डोलत दीन। तन धन संपै सुख दियो, अर जेहनी के ताम। कहो नानक सुन रे मना, सिमरत काहे ना राम। सब सुख दाता राम है, दूसर नाहिन कोय। कहो नानक सुन रे मना, ते सिमरत गत होए। जेह सिमरत गत पाइया, तेह भज रे तमीत। कहो नानक सुन रे मना, औद कटत है नीत। पांच तत को तन रच्यो, जानहु चतुर सुजान। जेह ते उपज्यो नानका, लीन ताहि मैं मान। घट घट मैं हर जू बसै, संतन कहो पुकार। कहो नानक तेह भज मना, भौ निध उतरह पार। कहो नानक तेह भज मना, भौ निध उतरह पार। वाहिगुरु जी का खालसा, वाहिगुरु जी की फतेह। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਇਮਾਨ ਪਰਮ ਸਨਮਾਨਯੋਗ ਸਤਸੰਗੀ ਜਨੋ, ਆਪ ਸਾਰੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਾਵਨ ਉਚਾਰਨ ਕੀਤੇ ਗਏ ਬਚਨ, ਜਿਨ੍ਹਾਂ ਨੂੰ ਸ਼ਲੋਕ ਵਾਰਾਂ ਤੇ ਵਧੀਕ ਦੇ ਸਿਰਲੇਖ ਹੇਠ ਗੁਰੂ ਗ੍ਰੰਥ ਸਾਹਿਬ ਜੀ ਦੇ 1426 ਅੰਗ, ਇਸ ਤੋਂ ਲੈ ਕੇ ਤਕਰੀਬਨ ਜਿੱਥੋਂ ਤੱਕ ਮੰਦਾਵਣੀ 1427 ਅੰਗ ਤੱਕ, 1428 ਅੰਗ ਤੱਕ ਇਹ ਦਰਜ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ। ਸੋ ਬਖਸ਼ੋ ਅਸੀਸ
ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਇਹ ਬਾਣੀ ਸ਼ਲੋਕ ਮਹੱਲਾ 9ਵਾਂ ਜਿਹਦਾ ਸਿਰਲੇਖ ਹੈ। ਸਾਹਿਬ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤੇਗ ਬਹਾਦਰ ਸਿਮਰਿਆ ਕਰ ਨੌ ਨਿਧਿ ਆਵੈ ਧਾਏ ਸਭ ਥਾਈ ਹੋਇ ਸਹਾਇ। ਸੱਚੇ ਪਾਤਸ਼ਾਹ ਜੀ ਆਪ ਹੀ ਸਹਾਈ ਹੋਵੋ। ਆਪਣੀ ਬਾਣੀ ਆਪਣੇ ਜੀਵਨ ਦੀ ਵਿਚਾਰ ਕਰਾ ਲਓ। ਵਿਚਾਰ ਆਰੰਭਣ ਤੋਂ ਪਹਿਲਾਂ ਸਾਰੇ ਗੁਰੂ ਬਖਸ਼ੀ ਫਤਿਹ ਗੱਜ ਵੱਜ ਕੇ ਸਾਂਝੀ ਕਰੋ ਜੀ। ਇੱਕ ਵਾਰੀ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਅਸੀਂ ਭਾਵ ਕਿ ਪਿਛਲੇ ਹਫਤੇ ਅਸੀਂ 5 ਸ਼ਲੋਕਾਂ ਦੀ ਵਿਚਾਰ ਕਰਕੇ ਆਏ ਸਾਂ। ਸਿਰਫ ਮੈਂ 1-2 ਮਿੰਟ ਦੇ ਵਿੱਚ ਉਹਦੇ ਵਿੱਚੋਂ ਨਿਕਲਾਂ। ਸਤਿਗੁਰੂ ਜੀ ਨੇ ਪਹਿਲੇ ਸ਼ਲੋਕ 'ਚ ਕਿਹਾ ਸੀ ਕਿ ਜਿਵੇਂ ਮੱਛਲੀ ਦੀ ਪਾਣੀ ਦੇ ਨਾਲ ਪ੍ਰੀਤ ਹੁੰਦੀ ਹੈ, ਉਸ ਤਰ੍ਹਾਂ ਤੂੰ ਪ੍ਰਭੂ ਦੇ ਨਾਮ ਦੇ ਵਿੱਚ ਪ੍ਰੀਤ ਕਰ। ਰੇ ਮਨ ਐਸੀ ਹਰਸਿਓ ਪ੍ਰੀਤ ਕਰ ਜੈਸੇ ਮੱਛਲੀ ਨੀਰ। ਇਹ ਪਿੱਛੇ ਥੱਲੇ ਦਾਸ ਹੁਣੇ ਆਇਆ, ਨਾਲ ਹੀ ਥੱਲੇ ਜਿਹੜਾ ਕਮਰਾ ਹੈ ਪ੍ਰਬੰਧਕ ਜਨਾਂ ਦਾ, ਉਹਦੇ ਵਿੱਚ ਇਹ ਬਾਣੀ ਦੀ ਤੁਕ ਲੱਗੀ ਹੋਈ। ਤੇ ਮੈਨੂੰ ਇਹ ਅਹਿਸਾਸ ਹੋਇਆ ਕਿ ਗੁਰੂ ਤੇਗ ਬਹਾਦਰ ਸਾਹਿਬ ਸਦਾ ਹੀ ਇਹ ਚੇਤੇ ਕਰਾ ਰਹੇ ਨੇ ਕਿ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀਨ, ਕਹੋ ਨਾਨਕ ਹਰ ਭਜ ਮਨਾ ਜੇ ਵਿਦ ਜਲ ਕੋਮੀ। ਜਿਵੇਂ ਮੱਛੀ ਦੀ ਪ੍ਰੀਤ ਪਾਣੀ ਨਾਲ ਹੈ, ਉਵੇਂ ਪ੍ਰਭੂ ਨੂੰ ਚੇਤੇ ਕਰ। ਬਿਖਿਆਨ ਸਿਉ ਕਾਇਓ ਰਚਿਓ ਨਿਮਖ ਨਾ ਹੋਏ ਉਦਾਸ, ਕਹੋ ਨਾਨਕ ਭਜ ਹਰ ਮਨਾ ਪਰੈ ਨਾ ਜਮ ਕੀ ਫਾਸ। ਜਿਹੜਾ ਪਾਰ ਬ੍ਰਹਮ ਪਰਮੇਸ਼ਵਰ ਨੂੰ ਚੇਤੇ ਕਰਦਾ, ਦੁਨੀਆ ਦੇ ਦੁੱਖ ਤੇ ਇੱਕ ਪਾਸੇ ਰਹੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਉਹਨਾਂ ਨੂੰ ਜਮਾ ਦੀ ਫਾਈ ਨਹੀਂ ਪੈਂਦੀ। ਪਰ ਸਾਹਿਬ ਜੀ ਅਗਲੇ ਸ਼ਲੋਕ 'ਚ ਕਹਿੰਦੇ ਹੈ, ਜਵਾਨੀ ਵੀ ਗਈ, ਜਵਾਨੀ ਬਚਪਨ ਨੂੰ ਖਾ ਗਈ ਤੇ ਬੁਢੇਪਾ ਜਵਾਨੀ ਨੂੰ ਖਾ ਜਾਂਦਾ। ਤੇ ਇਹ ਤਨ ਦੇ ਉੱਤੇ ਜਵਾਨੀ ਤੋਂ ਜਾਣ ਤੋਂ ਬਾਅਦ ਬੁਢੇਪਾ ਆਪਣਾ ਜ਼ੋਰ ਪਾ ਦਿੰਦੀ ਹੈ। ਤੇ ਉਸ ਅਵਸਥਾ ਦੇ ਵਿੱਚ ਨੈਣੋ ਨੀਰ ਭਏ ਧਨ ਖੀਨਾ, ਭਏ ਕੇਸ ਦੁੱਧਵਾਨੀ, ਰੂਦਾ ਕੰਠ ਸ਼ਬਦ ਨਹੀਂ ਉਚਰੈ ਅਬ ਕਿਆ ਕਰੇ ਪ੍ਰਾਣੀ। ਇਸ ਗੱਲ ਨੂੰ ਸਤਿਗੁਰੂ ਜੀ ਚੇਤੇ ਕਰਾਉਂਦੇ ਆ ਕਿ ਕਹੋ ਨਾਨਕ ਭਜ ਹਰ ਮਨਾ ਔਦ ਜਾਤ ਹੈ ਬੀਤ। ਸਮਾਂ ਬਤੀਤ ਹੋ ਰਿਹਾ। ਅਗਲੇ ਸ਼ਲੋਕ ਦੇ ਵਿੱਚ ਸਾਹਿਬ ਕਹਿੰਦੇ ਕਿ ਤੂੰ ਇਹ ਨਾ ਸੋਚੀ ਕਿ ਮੌਤ ਕੋਈ ਦੂਰ ਦੇਸ਼ ਦੀਆਂ ਬਾਤਾਂ ਨੇ। ਸਾਹਿਬ ਜੀ ਕਹਿੰਦੇ ਮੌਤ ਬਸ ਐਸੀ ਵਿਛੜੀ ਹੋਈ ਸਾਥਣ ਹੈ ਜਿਹੜੀ ਕਿਸੇ ਵੀ ਮੋੜ ਤੇ ਆ ਕੇ ਸਾਨੂੰ ਮਿਲ ਜਾਏ। ਔਰ ਅਸੀਂ ਇਸ ਗੱਲ ਦੀ ਸੋਝੀ ਨਹੀਂ ਪਾਉਂਦੇ ਕਿ ਸੀ ਮਰਨਾ ਹੈ ਮਰਨ ਲਿਖਾਏ ਮੰਡਲ ਮਹਿ ਆਏ ਬਿਰਧ ਭਇਓ, ਸੂਝੈ ਨਹੀਂ ਕਾਲ ਪਹੁੰਚਿਓ ਆਨ। ਕਾਲ ਤੇ ਸਾਡੇ ਕਹਿੰਦੇ ਵੱਟ ਤੇ ਹੀ ਪਿਆ, ਭਾਵ ਅੱਗੇ ਹੀ ਪਿਆ, ਕੋਈ ਨਹੀਂ ਬਚਾ ਸਕਦਾ। ਕਹੋ ਨਾਨਕ ਨਰ ਬਾਵਰੇ ਕਿਉਂ ਨਾ ਭਜੈ ਭਗਵਾਨ। ਭਜ ਉਸ ਪ੍ਰਭੂ ਨੂੰ, ਭਜੋ ਗੋਬਿੰਦ ਭੂਲ ਮਤ ਜਾਓ। ਇਹ ਦੁਨੀਆ ਦੇ ਲੋਕੋ ਤੁਸੀਂ ਨਾ ਭੁੱਲੋ, ਕਿਉਂਕਿ ਮਾਨਸ ਜਨਮ ਦਾ ਇੱਕੋ ਇੱਕ ਲਾਭ ਹੈ, ਉਹ ਹੈ ਪ੍ਰਮਾਤਮਾ ਪਰਮੇਸ਼ਵਰ ਵਾਹਿਗੁਰੂ ਜੀ ਦੀ ਬੰਦਗੀ ਇਬਾਦਤ। ਅੱਗੇ ਸਾਹਿਬ ਜੀ ਨੇ ਕਿਹਾ ਕਿ ਉਸ ਪ੍ਰਭੂ ਨੇ ਧਨ ਦਿੱਤਾ, ਪਰਿਵਾਰ ਦਿੱਤਾ, ਸੰਪਤੀ ਦਿੱਤੀ, ਸੋਹਣੇ ਘਰ ਦਿੱਤੇ, ਜਿਹਨੂੰ ਸਾਹਿਬ ਜੀ ਨੀਕੇ ਧਾਮ ਕਹਿੰਦੇ ਆ। ਉਹਦਾ ਵੀ ਜ਼ਿਕਰ ਅੱਗੇ ਕਰਾਂਗੇ। ਧਨ ਦਾਰਾ ਸੰਪਤ ਸਗਲ ਜਿਨ ਆਪਣੀ ਕਰਮਾਨ, ਇਨ ਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਜਾਨ। ਸਾਹਿਬ ਜੀ ਕਹਿੰਦੇ ਜੋ ਸਦਾ ਰਹਿਣ ਵਾਲਾ ਨਹੀਂ, ਉਹਨੂੰ ਤੂੰ ਸਦਾ ਹੀ ਅਟਲ ਸਮਝਿਆ ਹੋਇਆ, ਤੇ ਜਿਹੜਾ ਰਹਿਣ ਵਾਲਾ ਉਹਦੇ ਨਾਲ ਪ੍ਰੀਤ ਨਹੀਂ ਪਾਈ। ਮਾਇਆ ਮੋਹ ਕਹਿੰਦੇ ਮਾਇਆ ਦੇ ਮੂੰਹ 'ਚ ਲੱਗਿਆ ਹੋਇਆ। ਸਗਲ ਜਗ ਛਾਇਆ, ਸਾਰਾ ਜਗਤ ਇਸ ਪਰਛਾਈ ਨੂੰ ਭੱਜੀ ਫਿਰਦਾ। ਰੱਬ ਦੀ ਪਰਛਾਈ ਕਿਹਾ ਮਾਇਆ ਨੂੰ। ਕਾਮਣ ਦੇਖ ਕਾਮ ਲੁਬਾਇਆ, ਸੁਤ ਕੰਚਨ ਸਿਉ ਹੇਤ ਵਧਾਇਆ, ਸਭ ਕਿਛ ਆਪਣਾ ਇੱਕ ਰਾਮ ਪਰਾਇਆ। ਜਪੋ ਜੀ, ਸਭ ਕਿਛ ਆਪਣਾ ਇੱਕ ਰਾਮ ਪਰਾਇਆ। ਸਭ ਕੁਛ ਆਪਣਾ ਕਰੀ ਬੈਠਾ ਜੋ ਸੱਚ ਨਹੀਂ ਹੈ। ਤੇ ਜਿਹੜਾ ਸੱਚ ਹੈ ਪ੍ਰਭੂ ਪਾਰ ਬ੍ਰਹਮ ਪਰਮੇਸ਼ਵਰ ਦਾ ਨਾਮ, ਉਹਨੂੰ ਮਹਾਰਾਜ ਜੀ ਕਹਿੰਦੇ ਤੂੰ ਪਰਾਇਆ ਕਰ ਦਿੱਤਾ। ਸੋ ਸਾਹਿਬ ਜੀ ਅੱਗੇ ਬਖਸ਼ਿਸ਼ ਕਰਦੇ ਨੇ ਜੀ। ਸਾਹਿਬ ਜੀ ਕਹਿੰਦੇ ਪਤਤ ਉਦਾਹਰਨ ਭੈ ਹਰਨ, ਹਰ ਅਨਾਥ ਕੇ ਨਾਥ, ਕਹੋ ਨਾਨਕ ਤਹਿ ਜਾਨੀਐ ਸਦਾ ਬਸਤ ਤੁਮ ਸਾਥ।
इस धरती दे धर्मां की जे गल करिए तो इस धरती दे धर्मां ने ब्राह्मण, खत्री, वैश्य ते शूद्र ये 4 तरह की वरण वंड कर दी। और मनु सिमरती के मुताबिक जिहड़ा जिस कुल, जिस जात, जिस घर दे विच जमदा है उहदे अनुसार उहदी वरण वंड कर दी जाती है। और हज़ारां सालां तो इस धरती उत्ते उहनूं पतित किया गया जिहदी जात माड़ी है, जिन्हों वैश्य ते शूद्र क्या मैनूं खिमा बख्शे। पर सतगुरु गुरु तेग बहादुर साहब कहते असल दे विच पतित वो है जिहड़ा जात करके किसी घर दे विच या किसी कुल च जन्म लैंदा, वो नहीं। पतित वो है जिहड़ा कर्मा करके अपनी मनुखताई तो, जिहड़ा कर्मा करके इंसानियत तो गिर गया। जिहदे कर्म माड़े ने वो नीवा है। पर इत्थे ते जिन्हां लोकां ने भंडिया नीवा आख्या, उन्होंने प्रभु का नाम जप के पावनता वाली हस्ती को प्राप्त किया। गोबिंद 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 संग नाम दियो मन लीना, आड़ दाम को छीपरो होयो लाखीना। एक दाम की कौडी का मुल नहीं पाया दुनिया के लोगों ने। इथों तक कि ब्राह्मणों ने, खत्रियां ने, उच्चे कहाउण वालियां ने, रब की इबादत करने वालियां ने, जिन्होंने बाहरों भेख ते धारण किया। पर इथों तक गुरु अर्जुन साहब की बाणी कहती वो पतित नहीं है जिहड़ा किसी कुल विच पैदा होए। ते कुल का जिक्र है, नाम दियो मन लीना, जिन्हों मंदिर तो चक के बाहर सुटिया। हस्त खिलत तेरे देहोरे आया, भगत करत नामा पकड़ उठाया। हीनरी जात मेरी जद मराया, छिपै कै जन्म काहे को आया। ज्यों ज्यों नामा हर गुण उचरै, भगत जना को देहोरा फिर। थोड़ी जी ईको कटा दो। सतगुर जी की बाणी कहती है कि इत्थे पतित जात करके नहीं, इत्थे बुनना तनना त्याग कै प्रीत चरण कबीरा, नीच कुलाह जुलाहरा। दुनिया के लोग पतित कह रहे हैं कबीर साहब नूं, नीच कह रहे हैं। पर गुरु ग्रंथ साहब जी की बाणी च गुरु अर्जुन साहब कहते भयो गुनी गहीरा, वो पतित नहीं, वो तो पावन हो गया। ते अगे जिक्र किया रविदास ढवंता ढोर नीत, तिन त्यागी माया। कहते उन्हें माया त्याग दी। कहते प्रगट हुआ साध संग हर दर्शन पाया। सैन नाई बुतकारिया, वो घर घर सुनिया। सैन नूं नाई आख्या, पतित आख्या, इहदा परछावां ना पै जे। ब्राह्मण कहते, उच्ची जात वाले कहते कि इहदा परछावां कित्थे ना पै जे। सैन नाई बुतकारिया, वो घर घर सुनिया। कहते जिहदे घर कोई जाके राजी नहीं सी, अज वड्डे वड्डे उहदे घर जांदे। अज वड्डे वड्डे भगत कहते कि सानू सैन की संगत मिल जाए। सैन नाई बुतकारिया, वो घर घर सुनिया। ते होया कि कहते हिरदय वसिया पार ब्रह्म, भगतां मैं गणिया उहदी गिणती भगतां च होई। यह विद सुन के जाट रो उठ भगती लागा, मिलै प्रतख गुसाइयां धन्ना वडभागा। कौन कहता इसे जात करके पतित है। मैं इसलिए बेनती करा कि दुनिया के लोग पतित कहेंगे, पर गुरु ग्रंथ साहब जी की बाणी कर्मा करके पतित कहेगी कि जिहदे कर्म पतित। असल दे विच लफ्ज की है कि पतित लफ्ज जिहड़ा भटक गया नहीं, भटके हुए नूं गुरु ग्रंथ साहब की बाणी पतित नहीं कहती। हाँ, वचन लैके मुकर जाने वाले नूं पतित किया गया गुरु ग्रंथ साहब जी की बाणी च। जिहड़ा कमिट करके असीं ते सारिआं नूं कह दिंदे हां पतित है। असल दे विच गुरु ग्रंथ साहब जी सिख रहत मर्यादा की परिभाषा यह है कि जिहड़ा गुरु तो होके एक बारी बेमुख हो जाए उन्होंने पतित आख्या गया। जे असीं रहत मर्यादा का जिक्र करिए, सब नूं पतित कहना ते जिन्हें कमिटमेंट ही नहीं लई गुरु की, जिहड़ा गुरु तो होया ही नहीं उन्होंने आपां पतित किवें कहीए। गुरु ग्रंथ साहब जी की बाणी कहती है जिहड़ा कर्मां तो डिग जाए, जिन्हों पता होए मन जानत सब बात, जानत ही अवगुण करे, काहे की कुसलात हाथ दीप कुएं परे। वो पतित है जिन्हों पता है ते जान के। देखो याद रखियो, पहली रात नींद नहीं आती जब पहली बार पाप किया जाता है। एक बारी किया होया पाप सारी रात नहीं सौण देंदा, पर जे मुड़ मुड़ के फिर पाप किया जाए फिर बंदे नूं सहज ही लगता है, फिर बंदे नूं परवाह नहीं होती। पर असल दे विच एक बारी करके दोबारा करना, गुरु ग्रंथ साहब जी की बाणी कहती वो महापतीत हो गया।
ਇੱਕ ਵਾਰੀ ਕੀਤੇ ਨੂੰ ਮਨ ਦੇ ਅੰਦਰ ਹਲਚਲ ਹੁੰਦੀ ਹੈ, ਪਰ ਜੇ ਉਹ ਮੁੜ ਮੁੜ ਕੇ ਕਰੇ ਜਾਣ ਕੇ ਵੀ, ਪਰ ਫਿਰ ਉਹਨੂੰ ਹਲਚਲ ਨਹੀਂ ਹੁੰਦੀ, ਫਿਰ ਉਹਨੂੰ ਸਹਿਜ ਲੱਗਦਾ। ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੀ ਹੈ ਕਿ ਇੱਥੇ ਆ ਕੇ ਬੈਠੋ ਤੇ ਇੱਕ ਕੰਮ ਕਰੋ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਇਹ ਬਚਨ ਚੇਤੇ ਕਰੋ, ਸੂਰਾ ਸੋ ਪਹਿਚਾਨੀਐ ਜੋ ਲੜੈ। ਇਹਨਾਂ ਵਿਕਾਰਾਂ ਤੋਂ ਲੜਨਾ ਸਿੱਖੋ, ਤੇ ਜਿਨ੍ਹਾਂ ਨੇ ਲੜਿਆ ਜਾਕੋ ਹਰ ਰੰਗ ਲਾਗੋ, ਇਸ ਯੁਗ ਮੈਂ ਸੋ ਕਹੀਅਤ ਹੈ ਸੂਰਾ। ਆਤਮ ਜਿਣੈ ਸਗਲ ਵਸਤਾਕੈ ਜਾਕਾ ਸਤਿਗੁਰ ਪੂਰਾ। ਜਪੋ ਜੀ ਠਾकुर ਗਾਈਐ ਆਤਮ ਰੰਗ, ਸ਼ਰਣੀ ਪਾਵਨ ਨਾਮ ਧਿਆਵਨ, ਸਹਿਜ ਸਮਾਵਨ ਸੰਗ। ਪਾਪ ਕਰਨਾ ਸਹਿਜ ਨਾ ਬਣੇ ਤੇਰੀ ਜ਼ਿੰਦਗੀ 'ਚ, ਪ੍ਰਭੂ ਦਾ ਨਾਮ ਜਪਣਾ ਤੇਰੀ ਜ਼ਿੰਦਗੀ ਦਾ ਸਹਿਜ ਕਰਮ ਹੋ ਜਾਏ, ਕਿ ਤੂੰ ਅਚਨ ਚੇਤ ਵੀ ਉਹਨੂੰ ਚੇਤੇ ਕਰੇ। ਸੌਂਦੇ ਵਾਹ ਵਾਹ ਉਚਰੈ ਉਠਦੇ ਵੀ ਵਾਹ ਕਰੇ। ਤੇ ਅਗਲਾ ਬਚਨ, ਜਨ ਕੇ ਚਰਨ ਵਸੈ ਮੇਰਾ ਹੀ ਹਰੈ ਸੰਗ ਪੁਨੀਤਾ ਦੇ। ਜੇ ਪ੍ਰਭੂ ਦਾ ਨਾਮ ਹਿਰਦੇ ਵਿੱਚ ਵਸ ਗਿਆ, ਮਹਾਰਾਜ ਕਹਿੰਦੇ ਫਿਰ ਪਤਿਤ ਨਹੀਂ ਰਿਹਾ। ਤੇ ਇੱਥੇ ਤੇ ਪਤਿਤ ਆਖਿਆ ਕਿ ਤਰਤਾਰ ਅਪਵਿੱਤਰ ਕਰ ਮਾਨੀਆ ਰੇ, ਜੈਸੇ ਕਾਗਰਾ ਕਰਤ ਵਿਚਾਰ। ਭਗਤ ਭਗੌਤ ਲਿਖੀਐ ਤੇ ਉਪਰੈ, ਪੂਜੀਏ ਕਰ ਨਮਸਕਾਰ। ਹੁਣ ਉੱਥੇ ਰਵਿਦਾਸ ਦਾ ਜ਼ਿਕਰ ਕੀਤਾ, ਕਹਿੰਦੇ ਇਹ ਰਵਿਦਾਸ ਢਵੰਤਾ ਢੋਰ ਨੀਤ। ਮੈਨੂੰ ਕਹਿੰਦੇ ਢਵੰਤਾ ਆਖਿਆ। ਕਹਿੰਦੇ ਮੈਂ ਬਨਾਰਸ ਦੀਆਂ ਗਲੀਆਂ ਵਿੱਚ ਫਿਰਦਾ ਸੀ ਤੇ ਮੈਨੂੰ ਛੀ ਹਾਏ ਹਾਏ ਦੂਰ ਭੱਜਦੇ ਸੀ, ਪਰ ਜਿਸ ਵੇਲੇ ਮੈਂ ਆਪਣੇ ਹਿਰਦੇ ਉੱਤੇ ਪ੍ਰਭੂ ਰਮੇ ਹੋਏ ਦਾ ਵਾਹਿਗੁਰੂ ਦਾ ਨਾਮ ਲਿਖ ਦਿੱਤਾ, ਕਹਿੰਦੇ ਅਬ ਬਿਪਰ ਪ੍ਰਧਾਨ ਤਹਿ ਕਰੇ ਡੰਡੌਤ, ਤੇਰੇ ਨਾਇਰ ਸ਼ਰਨਾਏ ਰਵਿਦਾਸ ਦਾਸਾ। ਇਹ ਕਹਿੰਦੇ ਕੋਈ ਮੇਰੀ ਅਵਸਥਾ ਨਹੀਂ, ਕੋਈ ਮੇਰੀ ਵੱਡਪੁਣੀ ਨਹੀਂ, ਜਾਂ ਮੇਰੀ ਹੁਜਤ ਨਹੀਂ, ਮੇਰੀ ਮਸ਼ੱਕਤ ਨਹੀਂ। ਕਹਿੰਦੇ ਰੱਬ ਇਹ ਤੇਰੇ ਨਾਮ ਦੀ ਬਖਸ਼ਿਸ਼ ਹੈ, ਜਿਸ ਬਖਸ਼ਿਸ਼ ਨੇ ਪਹਿਲਾਂ ਮੈਨੂੰ ਕੋਈ ਨਹੀਂ ਪੁੱਛਦਾ ਸੀ, ਅੱਜ ਮੇਰੀ ਝੋਪੜੀ ਮੇਰੀ ਕੁਟੀਆ ਅੱਗੇ ਆ ਕੇ ਵੀ ਵੱਡੇ ਵੱਡੇ ਡੰਡੌਤ ਕਰਦੇ ਨੇ, ਡੰਡੌਤ ਕਰਕੇ ਮੁੜਦੇ ਨੇ। ਕਰਮਾ ਕਰਕੇ ਮਹਾਰਾਜ ਜੀ ਕਹਿੰਦੇ ਜਿਹੜਾ ਪਤਿਤ ਹੋ ਗਿਆ ਉਹ ਤੂੰ ਜਾਗ। ਸਾਹਿਬ ਜੀ ਦਾ ਬਚਨ ਹੈ ਕਿ ਉਸ ਪ੍ਰਭੂ ਦੀ ਸ਼ਰਨ ਦੇ ਵਿੱਚ ਆਏਗਾ ਤੇ ਕੀ ਹੋਏਗਾ? ਪਤਿਤ ਉਦਾਹਰਣ ਭੈ ਹਰਨ। ਜਨ ਕੇ ਚਰਨ ਵਸੈ ਮੇਰਾ ਹੀ ਹਰੈ ਸੰਗ ਪੁਨੀਤਾ ਦੇਹੀ। ਜਨ ਕੀ ਧੂੜ ਦੇਹੋ ਕਿਰਪਾ ਨਿਧ ਨਾਨਕ ਕੈ ਸੁਖ ਹੋਈ। ਹੀ ਇੱਥੇ ਰੱਬ ਦੀ ਧੂੜ ਨਹੀਂ ਮੰਗੀ, ਗੁਰੂ ਦੀ ਵੀ ਧੂੜ ਨਹੀਂ ਮੰਗੀ, ਇੱਥੇ ਉਹਨਾਂ ਦੀ ਧੂੜ ਮੰਗੀ ਹੈ ਜਿਹੜੇ ਪਤਿਤ ਤੋਂ ਪੁਨੀਤ ਹੋ ਗਏ, ਜਿਨ੍ਹਾਂ ਦੇ ਕਰਮ ਮਾੜੇ ਤੋਂ ਚੰਗੇ ਹੋ ਗਏ, ਉਹ ਜਨ ਬਣ ਗਏ। ਤੇ ਫਿਰ ਜਿਹੜੇ ਜਨ ਬਣ ਗਏ, ਹਰ ਜਨ ਐਸਾ ਚਾਹੀਏ ਜੈਸਾ ਹਰੀ ਹੋਏ, ਪ੍ਰਭੂ ਵਰਗੇ ਹੋ ਗਏ। ਉਹ ਜਨ ਐਸੇ ਹੋ ਗਏ ਜਿਨ੍ਹਾਂ ਜਨਾਂ ਨੇ ਨਾਨਕ ਧੂਰ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਹ ਨਾਮ ਜਪਾਵੇ। ਇਸ ਕਰਕੇ ਪਤਿਤ ਉਦਾਹਰਣ ਹੈ ਉਹਦਾ ਨਾਮ ਭੈ ਹਰਨ। ਦੁਨੀਆ ਦੇ ਸਾਰੇ ਡਰ, ਜਿਸ ਵੇਲੇ ਅਸੀਂ ਆਵਾਂਗੇ ਨਾ, ਭੈ ਕਾਹੂ ਕੋ ਦੇਤ ਨੈ, ਉਸ ਵੇਲੇ ਭੈ ਦੀ ਪਰਿਭਾਸ਼ਾ ਕਰਾਂਗੇ। ਇਹ ਭੈ ਨੂੰ ਖਤਮ ਕਰਨ ਵਾਲਾ ਹਰ ਤਰ੍ਹਾਂ ਦੇ, ਹਰ ਅਨਾਥ ਕੇ ਨਾਥ। ਅਨਾਥ ਕਹਿੰਦੇ ਜਿਹਦਾ ਕੋਈ ਵੀ ਨਹੀਂ, ਜਾ ਕੋ ਮੁਸ਼ਕਿਲ ਅਤ ਬਣੇ ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਖ ਭੇ ਭੱਜ ਖਲੇ। ਯਾਦ ਰੱਖਿਓ ਜਿਸ ਦਿਨ ਦੁੱਖ ਆਉਣਗੇ ਨਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਬਚਨ ਪੜ੍ਹਿਓ। ਇਹ ਮੈਂ ਨਹੀਂ ਕਹਿੰਦਾ, ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਕਿ ਬੰਦੇ ਦੀ ਜ਼ਿੰਦਗੀ 'ਚ ਇੱਕ ਵਾਰੀ ਦੁੱਖ ਆਉਣਾ ਹੀ ਚਾਹੀਦਾ। ਆ ਮਹਾਰਾਜ ਕਹਿੰਦੇ, ਮੈਂ ਨਹੀਂ ਕਹਿੰਦਾ ਭਾਈ। ਕਹਿੰਦੇ ਇੱਕ ਵਾਰੀ ਬੰਦੇ ਦੀ ਜ਼ਿੰਦਗੀ 'ਚ ਦੁੱਖ ਆਏ, ਉਹਨੂੰ ਪਤਾ ਲੱਗ ਜਾਏ ਕਿਹੜਾ ਆਪਣਾ ਹੈ ਤੇ ਕਿਹੜਾ ਪਰਾਇਆ ਹੈ। ਸੱਚੀ ਮੁੱਚੀ ਉਹਨੂੰ ਇਹ ਅਹਿਸਾਸ ਹੋ ਜਾਏ ਕਿ ਕਿਹੜਾ ਸੱਚਾ ਮਿੱਤਰ ਹੈ ਤੇ ਕਿਹੜਾ ਮਿੱਤਰ ਨਹੀਂ ਹੈ। ਕਹਿੰਦੇ ਜਿਸ ਵੇਲੇ ਦੁੱਖ ਆਉਂਦਾ ਉਸ ਵੇਲੇ ਅਸਲ ਮਿੱਤਰਤਾ ਦੀ ਪਛਾਣ ਹੋ ਜਾਂਦੀ ਹੈ। ਨਹੀਂ ਤੇ ਮਨਮੁਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ, ਦੇਖਦਿਆਂ ਹੀ ਭੱਜ ਜਾਣ ਕਦੇ ਨਾ ਪਾਇਨ ਬੰਦ। ਜਿਚਰ ਪੈਨਨ ਖਾਵਣੇ ਤਿਚਰ ਰੱਖਣ ਗੰਢ, ਜਿਤ ਦਿਨ ਕਛੂ ਨਾ ਹੋਵਨੀ ਤਿਤ ਦਿਨ ਬੋਲਣ ਗੰਧ। ਜਿਸ ਵੇਲੇ ਦੁੱਖ ਆਉਂਦੇ ਨੇ, ਬੰਦਾ ਪਹਿਲਾਂ ਕਹਿੰਦਾ ਮੇਰੇ ਇੰਨੇ ਮਿੱਤਰ ਨੇ, ਮੇਰੇ ਇੰਨੇ ਸਖਾ, ਮੇਰੇ ਇੰਨੇ ਪਿਆਰ ਵਾਲੇ। ਪਰ ਮਹਾਰਾਜ ਕਹਿੰਦੇ ਇਹ ਤੇ ਭਾਈ ਅੱਜ ਨਹੀਂ ਕਹਿ ਸਕਦਾ ਤੂੰ ਦਾਅਵੇ ਨਾਲ। ਜਿਸ ਦਿਨ ਦੁੱਖ ਆਏਗਾ ਉਸ ਦਿਨ ਪਤਾ ਲੱਗੇਗਾ ਅਸਲ ਕੌਣ ਹੈ। ਜਿਸ ਦਿਨ ਇਹ ਭੀੜ ਪਈ, ਜਾ ਕੋ ਮੁਸ਼ਕਿਲ ਅਤ ਬਣੈ ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਨਾ ਸਾਖ ਪੇ ਭੱਜ ਖਲੇ। ਸਭੋ ਭੱਜੈ ਆਸਰਾ ਚੁਕੈ ਸਭ ਅਸਰਾਓ। ਜਪੋ ਜੀ ਚੀਤ ਆਵੈ ਉਸ ਪਾਰ ਬ੍ਰਹਮ ਲੱਗੈ ਨਾ ਤਤੀ ਵਾ। ਇੱਥੋਂ ਤੱਕ ਜੇ ਪੈਸਾ ਨਹੀਂ ਹੈ ਨਾ, ਉਹਦਾ ਵੀ ਜ਼ਿਕਰ ਕੀਤਾ। ਕਹਿੰਦੇ ਜੇ ਕੋ ਹੋਵੇ ਦੁਬਲਾ,
नंग भुख की पीड़। इथों तक कहते दुनिया इन्नी बेगैरत हो जाएगी, जेड़े अपने नाल बहिंदे है उठते है कहते वो भी मूँह फेर लेंदे है। कहते जिस दिन साडे ते दुख आउणगे अद्धे ते सानू मिलन तां आंदे कि चलो असीं भी तमाशा देख के आईए। अजकल टीवी नहीं देखते, आओ उन्होंने कोल जाके एंटरटेन कर लियो, उन्होंने दुख देख के अपने मन को पसीज लईए। ये गुरु ग्रंथ साहब जी की बाणी कहती है, ये जिंदगी का सच है। पर गुरमुखताई बिरती इस तरह की नहीं है। महाराज जी कहते ऐसे मित्र लोड़ लै जिन्हां मित्रां दे दर्शन कीतियां तेरे अंदरों पाप ही कथम खत्म हो जाए। वो जिक्र है जिन्हां दे संदड़ियां दुरमत वइयां, वइयां का मतलब भाजी जाए, दूर हो जाए। जिन्हां दे संदड़ियां जपो, जिन्हां दे देखदियां ही दूरों मिले नहीं, देख लिया। जिन्हां दे संदड़ियां दुरमत वइयां, मित्र असाडड़े सही मेरे मित्र ओने। हाँ ढुढेंदी जग सभाया, मैं सारे जगत विच इहो जिहां नूं लभदी हां। जीव इस्त्री कहंदी इहो जे रब मैनूं मिल जाण, कहंदे जेड़े मैनूं सच्ची मुच्ची अंदरां दे दुखां तो, मेरे अंदर दे संताप तो मैनूं दूर कर दे। हाँ ढुढेंदी जग सभाया, पर कहंदे इस धरती ते सारे नहीं, जन नानक बिरला की, कोई बिरला है। सो इस करके जे को होवे दुबला, नंग भुख की पीड़, दमड़ा पल्ले ना पवे। जिन्हां ने साढ़े तो पैसे लए भी होंदे ना, असीं कहंदे भाई मुसीबत आ गई दे दे, वो भी कहंदे मूँह मोड़ जाते। जद सानू लोड़ है अगे पिछे तो देना नहीं, जद लोड़ है कहंदे वो अपने रस्ते भी बदल जाते हैं। फिर ये गुरु ग्रंथ साहब जी की बाणी कहती है, दमड़ा पल्ले ना पवे, कोई दमड़ा दे के राजी नहीं होता। तो कहते दमड़े की गल तो छड़ दो, अपने चंगे भले बंदे धीरज देण भी नहीं आते। कहते बंदे नूं प्यार वाले धीरज देण भी आ जाण ना, बंदा कहता यार ये मेरा अपना लगता। तो रब की बाणी धन गुरु ग्रंथ साहब जी की बाणी कहती, जे किसी ते दुख पिया होए ना, अपने 100 दुश्मन नूं जे कुछ नहीं दे सकते, घट्टो घट धीरज ही दे आयो। घट्टो घट ये बचन ही कर आयो, मित्रा मैं तेरे लिए अरदास करांगा, मैं तेनू धीरज देना, मैं तेरे नाल हाँ, बस इन्ना कह दो। महाराज कहते इन्ना क प्रवान होंदा। ये गुरमुखताई दी निशानियां ने। जे को होवे दुबला नंग भुख की पीड़, दमड़ा पल्ले ना पवे, ना को देवे धीर। जपो जी, ना को देवे। गुरु ग्रंथ साहब जी की बाणी कहते धीरज भी कोई नहीं देंदा, धीरज देण वाले भी विरले ने। दमड़ा पल्ले ना पवे, ना को देवे धीर, स्वार्थ स्वाओ ना को करे। कहते स्वार्थ ते छड़ दो कि आके साडे नाल निभणगे, ना किछ होवे काज चीत आवे उस पार ब्रह्म धाने चल होवे राज, जे ओ चेते आ जाए। कहते एक डुबदे हुए बंदे नूं भी बांह पकड़ के कहते उन्होंने राजियां दा राजा बना दिंदा, वो दात देण वाला है। इस करके पतित उदाहरण भै हरण हर अनाथ कै, जिदा कोई नहीं ना उदा फिर ये नाथ है, जिन्हें सब नूं नथया होया, जिदे हुक्म दे विच सब कुछ है। दद्दा दाता एक है सबको देवनहार, देंदे टोट ना आवई अगनत भरे भंडार। उहदे कोल जाओ जिदा घटदा नहीं। अगे साहिब जी कहते कहो नानक तेह जानिए सदा बसत तुम साथ। कहते वो सदा नेड़े है, दूर नहीं है। रविदास ते कहते किन्ना नेड़े है। दुनिया के लोग कहते हैं कि रब नेड़े कि कसुन, ते रविदास जी कहते रब नेड़े है। कहो कह रविदास हाथ पै नेड़े, सहजे होए सो होई। बंदा की कर सकता है जे 100 बंदे किसी नूं सोधण लई, किसी नूं बदनाम करन लई तुर पैण, जे एक रब उत्थे खड़ जाए ना उहदे अगे, वो उहदा वाल विंगा भी नहीं कर सकते। 100 की 1000 लखां भी इकट्ठे होके आ जाण, जिथे वो खड़ जाए। कहते महाराज जी का बचन पढ़ो, सिर ऊपर ठाडा, ठाडा मतलब खलो गया, सिर ऊपर ठाडा गुरसूरा। ऐसा पक्का वड्डा गुरु खलो गया जिहदी शरण लै ली, जिहड़ा अनाथां दा नाथ है उहदी शरण आ गया मैं। सिर ऊपर ठाडा गुरसूरा, नानक ताकै कारज पूरा। ये प्रभु दा नारायण दा नाम है। नाल नारायण मेरा जमदूत ना आवे नेरा। ये प्रभु की बख्शिश है कि जिथे प्रभु खलो गया, जिथे आप सहाई हो गया। तो सच्चा पातशाह जी अगे गुरु तेग बहादुर साहब ये बख्शिश करते हैं कि वह प्रभु सदा नाल वसदा है।
ਉਹਨੂੰ ਦੂਰ ਨਾ ਜਾਣੋ, ਉਹ ਸਦਾ ਨੇੜੇ ਹੈ। ਔਰ ਕਿੰਨਾ ਨੇੜੇ ਹੈ? ਸਦ ਹਜ਼ੂਰ, ਹਾਜ਼ਰ ਹੈ ਨਾਜ਼ਰ, ਕਤਹੂ ਨਾ ਭਇਓ ਦੁਰਾਈ। ਘਰੋਂ ਇੱਕ ਕਦਮ ਬਾਹਰ ਰੱਖੋ, ਗੱਡੀ 'ਚ ਚਾਬੀ ਲਾਓ, ਭਾਵੇਂ ਤੁਸੀਂ ਕਿਸੇ ਵੀ ਸਵਾਰੀ ਤੇ ਬੈਠੋ, ਭਾਵੇਂ ਤੁਰ ਕੇ ਬਾਹਰ ਜਾਓ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਬਚਨ ਇਹ ਸਦਾ ਚੇਤੇ ਕਰਿਆ ਕਰੋ, ਦੁਕਾਲੰਗ ਪ੍ਰਣਾਸੀ ਦਇਆਲੰਗ ਸਰੂਪੇ, ਸਦਾ ਅੰਗ ਸੰਗੇ ਅਭੰਗਮ ਵਿਭੂਤੇ। ਇਹ ਚੇਤੇ ਕਰਾਏਗਾ, ਉਹ ਨੇੜੇ ਹੈ। ਤੇ ਇਹ ਬਚਨ ਚੇਤੇ ਕਰ ਲਓ, ਸਦਾ ਹੀ ਨੇੜੇ ਹੈ, ਫਿਰ ਉਹ ਦੂਰ ਨਹੀਂ ਹੈ। ਤੇ ਕੌਣ ਗਾਵੇ ਕੋ ਤਾਣ ਹੋਵੇ ਕਿਸੈ, ਤਾਣ ਗਾਵੇ ਕੋ ਦਾਤ ਜਾਣੈ ਨਿਸ਼ਾਨ, ਗਾਵੇ ਕੋ ਗੁਣ ਵਡਿਆਈਆਂ ਚਾਰ, ਗਾਵੇ ਕੋ ਵਿਦਿਆ ਵਿਖਮ ਵਿਚਾਰ, ਗਾਵੇ ਕੋ ਸਾਜ ਕਰੇ ਤਨਖੇ, ਗਾਵੇ ਕੋ ਜੀ ਲੈ ਫਿਰਦੇ, ਗਾਵੇ ਕੋ ਜਾਪੈ ਦਿਸੈ ਦੂਰ। ਉਹਨੂੰ ਦੂਰ ਨਾ ਜਾਪੋ। ਕਈ ਕਹਿੰਦੇ ਐਵੇਂ ਗਾ ਰਹੇ ਕਿ ਉਹ ਦੂਰ ਹੈ, ਜਾਪੈ ਦਿਸੈ ਦੂਰ। ਨਾ ਨਾ ਨਾ, ਗਾਵੇ ਕੋ ਵੇਖੈ, ਕਹਿੰਦੇ ਉਹਨੂੰ ਹਾਜ਼ਰ ਹਜ਼ੂਰ ਐ ਨੇੜੇ ਜਾਣੋ। ਰੋਜ਼ ਪੜ੍ਹਦੇ ਹਾਂ। ਫਿਰ ਜੇ ਨੇੜੇ ਜਾਣੋਗੇ, ਫਿਰ ਕਥਨਾ ਕਥੀ ਨਾ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਜੇ ਨੇੜੇ ਹੋ ਕੇ ਚੇਤੇ ਕਰੋਗੇ, ਕਰੋੜਾਂ ਵਾਰ ਉਹਦੇ ਗੁਣ ਗਾਓਗੇ, ਉਹਦੇ ਗੁਣਾਂ ਦਾ ਅੰਤ ਨਹੀਂ ਪਏਗਾ। ਇਸ ਕਰਕੇ ਮਹਾਰਾਜ ਕਹਿੰਦੇ ਉਹਨੂੰ ਨੇੜੇ ਜਾਣੋ। ਜੇ ਤਨ ਧਨ ਜੇ ਤੋ ਕਉ ਦਿਓ, ਤਾਸਿਉ ਨੇਹੁ ਨਾ ਕੀਨਾ, ਕਹੋ ਨਾਨਕ ਨਰ ਬਾਬਰੇ, ਅਬ ਕਿਉਂ ਡੋਲਤ ਦੀਨ। ਪਹਿਲਾਂ ਇਸ ਦੇ ਸ਼ਾਬਦਿਕ ਅਰਥ। ਤਨ ਸਰੀਰ, ਧਨ ਜਿੰਨਾ ਕੁ ਦਿਸਦਾ ਪਸਾਰ, ਕੱਲੀ ਦੌਲਤ ਕਰੰਸੀ ਨਹੀਂ, ਘਰ ਪਰਿਵਾਰ ਸਭ ਕੁਛ। ਇਹਦਾ ਮਤਲਬ ਇਹ ਸਰੀਰ ਵੀ ਧਨ ਹੀ ਹੈ, ਇਹ ਸਾਡੀ ਸਿਹਤ ਵੀ ਵੈਲਥ ਹੀ ਹੈ। ਸਿਆਣੇ ਬੰਦੇ ਕਹਿੰਦੇ ਇਹ ਸਭ ਤੋਂ ਵੱਡੀ ਦੌਲਤ ਹੈ। ਇਹ ਸਭ ਕੁਛ ਆ ਗਿਆ। ਇਹਦਾ ਮਤਲਬ ਤਨ ਤੇ ਤਨ ਦੀ ਤੰਦਰੁਸਤੀ ਵੀ ਆ ਗਈ, ਤਨ ਦਾ ਉੱਠਣਾ ਬਹਿਣਾ, ਖਾਣਾ ਖਾਣਾ, ਹਜ਼ਮ ਸਭ ਕੁਛ ਆ ਗਿਆ। ਸਾਰੀ ਦੌਲਤ, ਸਾਰਾ ਸਰਮਾਇਆ, ਸਾਰਾ ਪਰਿਵਾਰ, ਕਾਰੋਬਾਰ, ਜਿੰਨਾ ਕੁਛ ਹੈ। ਕਹਿੰਦੇ ਉਹਨੇ ਕੀ ਕੀ ਦਿੱਤਾ? ਤਨ ਵੀ ਦਿੱਤਾ, ਧਨ ਵੀ ਦਿੱਤਾ। ਜੇ ਤੋ ਕਉ ਦਿਓ, ਤੁਹਾਨੂੰ ਦਿੱਤੇ। ਤਾਂ ਸਿਉ ਨੇਹੁ ਨਾ ਕੀਨ। ਨੇਹ ਕੀ ਹੈ? ਪ੍ਰੇਮ। ਮੋਹ ਤੋਂ ਅਗਲੀ ਅਵਸਥਾ ਹੈ ਨੇਹ। ਮੋਹ ਹੁੰਦਾ ਹੈ ਜਿਹੜਾ ਅਸੀਂ ਸੰਸਾਰੀ ਪਾਉਂਦੇ ਹਾਂ, ਪਰ ਨੇਹ ਦੇ ਵਿੱਚ ਤੇ ਮੋਹ ਦੇ ਵਿੱਚ ਫਰਕ ਪਤਾ ਕਿੰਨਾ? ਮੋਹ ਹੁੰਦਾ ਗਰਜ਼ਾਂ ਕਰਕੇ, ਨੇਹ ਹੁੰਦਾ ਸੱਚਾ ਪ੍ਰੇਮ, ਜਿੱਥੇ ਮੈਂ ਖਤਮ ਹੋ ਜਾਂਦੀ ਹੈ, ਕੱਲਾ ਤੂੰ ਹੀ ਤੂੰ ਰਹਿੰਦਾ। ਦੁਨੀਆ ਦਾ ਮੋਹ ਮੰਮੇ ਤੋਂ ਸ਼ੁਰੂ ਹੁੰਦਾ, ਮਾਂ ਤੋਂ, ਉਹ ਮੈਂ ਵਿੱਚੋਂ ਸ਼ੁਰੂ ਹੁੰਦਾ ਕਿ ਮੇਰਾ ਮੇਰਾ। ਪਰ ਜਿਹੜਾ ਨੇਹ ਹੁੰਦਾ ਉਹ ਨਾ ਮੇਰਾ ਹੁੰਦਾ, ਉਹ ਉਸ ਤੋਂ ਹੀ ਸ਼ੁਰੂ ਹੁੰਦਾ, ਉਸ ਤੋਂ ਹੀ ਕਿ ਜੇ ਜਿਹੜਾ ਮੇਰਾ ਨਹੀਂ ਹੈਗਾ, ਜਿਹੜਾ ਤੂੰ ਤੂੰ ਕਰਤਾ, ਤੂੰ ਹੁਆ ਮੁਝ ਮੈਂ ਰਹਾ ਨਾ ਹੂ, ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖੋ ਤਦ ਤੂੰ। ਇਹ ਨੇਹ ਹੈ, ਉਹਦੇ ਨਾਲ ਸੱਚਾ ਪ੍ਰੇਮ ਹੈ। ਸੰਤ ਅਤਰ ਸਿੰਘ ਮਸਤੂਆਣੇ ਵਾਲੇ ਦੀ ਜੀਵਨੀ ਲਿਖੀ ਹੈ ਪ੍ਰਿੰਸੀਪਲ ਤੇਜਾ ਸਿੰਘ ਨੇ। ਜਿਹੜੀ ਪ੍ਰੇਮ ਦੀ ਪਰਿਭਾਸ਼ਾ ਸੰਤ ਅਤਰ ਸਿੰਘ ਕਰ ਗਏ, ਧਰਤੀ ਦੀ ਅੱਜ ਕੋਈ ਡਿਕਸ਼ਨਰੀ, ਕੋਈ ਥੈਜ਼ਾਰਸ, ਕੋਈ ਇਨਸਾਈਕਲੋਪੀਡੀਆ ਇਹੋ ਜਿਹੀ ਪਰਿਭਾਸ਼ਾ ਨਹੀਂ ਕਰ ਸਕਿਆ। ਕਿਉਂਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਦੇ ਅਰਥ ਉਹਨਾਂ ਨੇ ਕੀਤੇ ਬੜੇ ਕਮਾਲ ਦੇ। ਕਹਿੰਦੇ ਪ੍ਰੇਮ ਦਾ ਮਤਲਬ ਪਰੇ ਮੈਂ। ਕਮਾਲ ਹੈ, ਇਹ ਕਿੱਥੇ ਵੀ ਨਹੀਂ ਤੁਹਾਨੂੰ ਅਰਥ ਮਿਲਣਗੇ। ਪ੍ਰੇਮ ਨੂੰ ਦੋ ਅੱਖਰਾਂ ਦੇ ਵਿੱਚ ਤੋੜ ਦੋ, ਪਰੇ ਮੈਂ। ਜਿੱਥੇ ਮੈਂ ਪਰੇ ਹੋ ਗਈ, ਕਹਿੰਦੇ ਉੱਥੇ ਪ੍ਰੇਮ ਆ ਗਿਆ। ਕਮਾਲ ਦੀ ਗੱਲ ਹੈ ਕਿ ਜਬ ਹਮ ਹੋਤੇ, ਜਪੋ ਜੀ, ਜਬ ਹਮ ਹੋਤੇ ਤਬ ਤੂੰ ਨਹੀਂ, ਅਬ ਤੂੰ ਹੀ ਮੈਂ ਪਰੇ ਹੋ ਗਈ। ਕਹਿੰਦੇ ਇਹ ਪ੍ਰੇਮ ਹੈ। ਉਹਦੇ ਨਾਲ ਇਹ ਵਾਲਾ ਪ੍ਰੇਮ ਨਹੀਂ ਕੀਤਾ। ਉਹਦੇ ਕੋਲ ਆਇਆ ਤੇ ਮੈਂ ਅੱਗੇ ਰੱਖ ਕੇ ਆਇਆ, ਪਾਤਸ਼ਾਹ ਮੈਨੂੰ, ਮੇਰਾ, ਮੁਝ ਕੋ, ਮੈਨੂੰ ਇਹ ਚਾਹੀਦਾ। ਪਰ ਇੱਥੇ ਆ ਕੇ ਇਹ ਸਿੱਖਿਆ ਕਿ ਤੇਰਾ ਤੁਝ ਕੋ ਸੌਂਪਤੇ ਕਿਆ ਲੱਗ ਗਿਆ ਮੇਰਾ। ਗੁਰੂ ਤੇਗ ਬਹਾਦਰ ਸਾਹਿਬ ਤੇ ਇਹ ਸਮਝਾਉਂਦੇ, ਇਹ ਵਾਲਾ ਨਹੀਂ ਕਰ, ਇਹ ਝੂਠਾ ਮੋਹ ਨਾ ਕਰ। ਮੋਹ ਤੇ ਹੈ ਕੁਟੁੰਬ ਨਾਲ, ਜਿਹਨੂੰ ਗੁਰੂ ਅਮਰਦਾਸ ਜੀ ਰੋਜ਼ ਚੇਤੇ ਕਰਾਉਂਦੇ ਕਿ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਕਹਿੰਦੇ ਕਿਹੜਾ ਸੱਚ? ਇਹ ਕੁਟੁੰਬ ਤੂੰ ਜੈ ਦੇਖਦਾ, ਚੱਲੇ ਨਾਹੀ ਤੇਰੇ ਨਾਲੇ, ਸਾਥ ਤੇਰਾ ਚੱਲੇ ਨਾਹੀ ਤਿਸ ਨਾਲ, ਕਿਉਂ ਚਿਤ ਲਾਈ ਹੈ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੁਤਾਈ ਹੈ। ਇਹ ਝੂਠ ਹੈ। ਸੱਚ ਕੀ ਹੈ? ਸਤਿਗੁਰ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ। ਇਹ ਨਾਲ ਰਹਿਣ ਵਾਲਾ ਹੈ। ਇਹ ਮੇਰੇ ਮਨ, ਇਹਨੂੰ ਚੇਤੇ ਕਰ। ਜਿਹਨੇ ਤਨ ਦਿੱਤਾ, ਧਨ ਦਿੱਤਾ, ਸਭ ਕੁਝ ਦਿੱਤਾ, ਉਹਦੇ ਨਾਲ ਨੇ ਨਹੀਂ ਕੀਤਾ।
ਤੇ ਅੱਗੇ ਸਤਿਗੁਰੂ ਜੀ ਕਹਿੰਦੇ ਕਹੋ ਨਾਨਕ ਨਰ ਬਾਵਰੇ। ਬਾਵਰਾ ਲਫ਼ਜ਼ ਹਿੰਦੀ ਦਾ, ਹਿੰਦਵੀ ਬੋਲੀ ਦਾ। ਬਾਵਰਾ ਕਹਿੰਦੇ ਆ ਬੌਰਾ ਹੋਇਆ ਬੰਦਾ, ਬਿਲਕੁਲ ਪਾਗਲ ਹੋਇਆ, ਸੁਣਦਾ ਹੋਇਆ ਵੀ ਸੁਣ ਨਹੀਂ ਰਿਹਾ, ਬੋਲਦਾ ਹੋਇਆ ਵੀ ਅਰਲ ਬਰਲ ਬੋਲੀ ਜਾ ਰਿਹਾ, ਵੇਖਦਿਆ ਹੋਇਆ ਵੀ ਪਤਾ ਨਹੀਂ ਕਿੱਥੇ ਹੀ ਉਹਦਾ ਧਿਆਨ ਹੈ। ਇਹਨੂੰ ਬਾਵਰਾ ਆਖਿਆ। ਤਿੰਨ ਚੀਜ਼ਾਂ, ਜਿਹਦੀ ਸਰੋਤ ਦੁਨੀਆ ਦੇ ਲੋਕ ਕੁਝ ਕਹਿ ਰਹੇ, ਕੁਝ ਸੁਣ ਰਿਹਾ, ਦੁਨੀਆ ਦੇ ਵਿੱਚ ਜੋ ਬੋਲਣਾ ਚਾਹੀਦਾ ਉਹ ਬੋਲ ਨਹੀਂ ਰਿਹਾ, ਤੇ ਜਿੱਥੇ ਦੇਖਣ ਨੂੰ ਅਸਲ ਦੇ ਵਿੱਚ ਦੇਖਣਾ ਹੈ ਉਹਦਾ ਧਿਆਨ ਕਿਤੇ ਹੋਰ ਹੀ ਕਿਤੇ ਫਿਰਿਆ ਫਿਰਦਾ। ਉਹਨੂੰ ਮਹਾਰਾਜ ਕਹਿੰਦੇ ਤੂੰ ਬਾਵਰਾ ਹੋਇਆ ਪਿਆ ਮਾਇਆ ਦੇ ਵਿੱਚ। ਨਰ ਬਾਵਰੇ, ਹੇ ਪਾਗਲ ਮਨੁੱਖ, ਅਬ ਕਿਉਂ ਡੋਲਤ ਦੀਨ। ਅਬ ਕਿਉਂ ਦਾ ਮਤਲਬ ਹੈ ਜਿਸ ਵੇਲੇ ਤਨ ਵੀ ਨਹੀਂ ਰਿਹਾ ਤੇ ਤਨ ਦੀ ਤਾਕਤ ਵੀ ਨਹੀਂ ਰਹੀ, ਕਹਿੰਦੇ ਫਿਰ ਬੰਦਾ ਕਹਿੰਦਾ ਰੱਬ ਮੈਨੂੰ ਬਚਾ ਲੈ। ਤੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਹੁਣ ਕਿਵੇਂ ਬਚੇਗਾ? ਹੁਣ ਕਿਹੜਾ ਐਸਾ ਸਹਾਰਾ ਹੈ ਜਿਸ ਸਹਾਰੇ ਨੂੰ ਤੂੰ ਹੁਣ ਘੁੱਟ ਕੇ ਫੜ ਲੇਗਾ, ਜਿਸ ਸਹਾਰੇ ਨੂੰ ਤੂੰ ਆਵਾਜ਼ਾਂ ਮਾਰ ਲੇਗਾ? ਹੁਣ ਤੇ ਆਵਾਜ਼ ਵੀ ਨਹੀਂ ਮਾਰੀ ਜਾਂਦੀ, ਹੁਣ ਤੇ ਵੇਖਿਆ ਵੀ ਨਹੀਂ ਜਾਂਦਾ, ਹੁਣ ਤੇ ਸੱਤ ਪਤਾਲ ਕੀ ਬਾਣੀ ਹੋ ਗਈ। ਤਾਈਓ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੀ ਹੈ ਜਬ ਲਗ ਜ਼ਰਾ ਰੋਗ ਨਹੀਂ ਆਇਆ। ਜਪੋ ਜੀ, ਜਿੰਨਾ ਚਿਰ ਤੱਕ ਇਹ ਬੁਢਾਪਾ ਨਹੀਂ ਆਇਆ। ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਿੰਨਾ ਚਿਰ ਤੱਕ ਇਹ ਕਾਇਆ ਦਾ ਧਨ ਹਜੇ ਬਾਕੀ ਹੈ। ਜਬ ਲਗ ਬਿਕਲ ਭਈ ਨਹੀਂ ਬਾਣੀ, ਜਿੰਨਾ ਚਿਰ ਤੱਕ ਆਵਾਜ਼ ਨਿਕਲ ਰਹੀ ਹੈ ਹਜੇ ਮੱਧੀ ਨਹੀਂ ਪਈ। ਭਜਰੇ ਲੈ ਮਨ ਸਾਰੰਗ ਪਾਣੀ, ਤਾਂ ਤੂੰ ਉਹਨੂੰ ਧਿਆ ਲੈ। ਤੇ ਇਹ ਨਾ ਹੋਏ ਕਿ ਨੈਣੋ ਨੀਰ ਬਹੇ ਤਨ ਖੀਨਾ। ਕਹਿੰਦੇ ਇਹ ਨਾ ਹੋ ਜਾਏ ਕਿ ਅੱਖਾਂ ਤੋਂ ਨੀਰ ਹੀ ਵਗੀ ਜਾ ਰਿਹਾ। ਕਹਿੰਦੇ ਭਏ ਕੇਸ ਦੁੱਧਵਾਨੀ, ਸਭ ਕੁਝ ਹੁਣ ਚਿੱਟੇ ਵਾਲ ਚਿੱਟੇ ਹੋ ਗਏ ਕੇਸ। ਰੂਦਾ ਕੰਠ ਸ਼ਬਦ ਨਹੀਂ ਉਚਰੈ ਅਬ ਕਿਆ ਕਰੇ। ਕਹਿੰਦੇ ਫਿਰ ਇਹ ਨਾ ਹੋਏ ਕਿ ਹੁਣ ਡੋਲ ਜਾਏ ਦੀਨ। ਹੁਣ ਦੀਨ ਡੋਲਦਾ। ਕਬੀਰ ਸਾਹਿਬ ਦਾ ਵੀ ਸ਼ਬਦ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ। ਕਹਿੰਦੇ ਮਨੁੱਖ ਜੇ ਰੱਬ ਨੂੰ ਚੇਤੇ ਨਾ ਕਰੇ ਨਾ, ਤਨ ਤੇ ਧਨ ਨੂੰ ਵੇਖ ਕੇ, ਕਹਿੰਦੇ ਉਹਨੂੰ ਬੜਾ ਫਿਰ ਦੁੱਖ ਮਿਲਦਾ। ਕਿਉਂ? ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੀ ਹੈ ਮੌਤ ਚੇਤੇ ਕਰਾਈ ਜਾਂਦੀ ਹੈ, ਇੱਥੇ ਜੀਵਨ ਚੇਤੇ ਨਹੀਂ ਕਰਾਇਆ ਜਾਂਦਾ। ਅਸੀਂ ਇੱਥੇ ਸਿੱਖਣ ਆਉਂਦੇ ਹਾਂ ਪਹਿਲਾ ਮਰਨ ਕਬੂਲ, ਇੱਥੇ ਮੌਤ ਸਿੱਖ ਰਹੇ ਹਾਂ। ਕੋਈ ਨਹੀਂ ਕਹਿੰਦਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਆਰਟ ਆਫ ਲਿਵਿੰਗ ਹੈ ਨਾ, ਇਹ ਤੇ ਮਰਨਾ ਸਿਖਾਉਂਦੀ ਹੈ ਕਿ ਜੋ ਤੋ ਪ੍ਰੇਮ ਖਿਲਣ ਕਾ ਚਾਓ। ਜਪਿਆ ਕਰੋ, ਬਾਣੀ ਜਪੋਗੇ ਮਨ ਨਿਰਮਲ ਹੋਏਗਾ। ਜੋ ਤੋ ਪ੍ਰੇਮ ਖਿਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੈ ਸਿਰ ਦੀਜੈ। ਇੱਥੇ ਤੇ ਮਰਤਾ ਮਰਤਾ ਜਗ ਮੂਆ ਮਰ ਭੇਨਾ ਜਾਣੈ ਕੋਈ, ਐਸੀ ਮਰਨੀ ਜੋ ਮਰੈ ਬਹੁਰ ਨਾ। ਇੱਥੇ ਮਰਨਾ ਸਿਖਾਇਆ ਗਿਆ। ਗੁਰੂ ਅਮਰਦਾਸ ਜੀ ਵੀ ਮਰਨਾ ਸਿਖਾਉਂਦੇ, ਕਿਆ ਜਾਨਣਾ ਕਿ ਮਰਾਂਗੇ ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨੋ ਨਾ ਵਿਸਰੈ ਤਾਂ ਸਹਿਲਾ। ਜੇ ਮਰਨ ਦੀ ਗੱਲ ਕਰ ਲਈਏ ਤੇ ਫਿਰ ਸਾਨੂੰ ਕਹਿ ਦਿੰਦੇ ਆ ਜੀ ਗਿਆਨੀ ਜੀ ਕਿਉਂ ਮਰਨ ਦੀ ਗੱਲ ਕਰ ਲਈ। ਭਾਈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤੇ ਸੈਂਕੜੇ ਵਾਰ ਮਰਨਾ ਆਇਆ, ਸੈਂਕੜੇ ਵਾਰ ਮਨ ਨੂੰ ਮਾਰਨ ਦੀ ਗੱਲ ਕੀਤੀ ਹੈ। ਕਿਹਨੂੰ ਫਿਰ ਰੋਕ ਲਾਂਗੇ? ਕਿਹੜੀ ਗੱਲ? ਇੱਥੇ ਤੇ ਸ਼ਹੀਦ ਲਫ਼ਜ਼ ਸਿਰਫ 2 ਵਾਰੀ ਆਇਆ, ਸਿਰਫ 2 ਵਾਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ। ਪੀਰ ਪੈਗੰਬਰ ਸਾਲਕ ਸਾਦਕ ਸੌਦੇ ਔਰ ਸ਼ਹੀਦ, ਜੇ ਆਪਾਂ ਇਹ ਪੜ੍ਹਦੇ ਹਾਂ, ਪਰ ਇੱਥੇ ਤੇ ਮਰਨਾ ਹੀ ਆਇਆ ਸੈਂਕੜੇ ਵਾਰ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਆ ਮਰਨਾ ਇਸ ਲਈ ਚੇਤੇ ਕਰਾਇਆ ਜਾਂਦਾ ਹੈ ਕਿ ਮੌਤ ਡਰਾਉਣੀ ਨਾ ਲੱਗੇ। ਪਰ ਜੇ ਮਰਨਾ ਚੇਤੇ ਨਾ ਕੀਤਾ ਜਾਏ ਫਿਰ ਇਨਸਾਨ ਇਸ ਲਈ ਡਰ ਜਾਂਦਾ ਹੈ ਕਿ ਤਨ ਧਨ ਜਿਹੜਾ ਸਾਰਾ ਪਸਾਰਾ ਇਹ ਦੇਖ ਕੇ ਮੌਤ ਭੁੱਲ ਜਾਂਦਾ, ਤੇ ਇੱਕਦਮ ਅੱਗੇ ਆ ਕੇ ਜਦ ਜੰਮ ਖਲੋ ਜਾਂਦੇ ਹੈ ਤੇ ਡਰ ਕੇ ਕਹਿੰਦਾ ਇਹ ਕੌਣ ਹੈ, ਤੂੰ ਕੌਣ ਹੈ? ਤੇ ਫਿਰ ਅੱਗੇ ਕਹਿੰਦੇ ਅਸੀਂ ਤੈਨੂੰ ਲੈਣ ਆਏ ਹਾਂ। ਕਹਿੰਦੇ ਹੁਣ ਇੰਨੀ ਛੇਤੀ? ਕਹਿੰਦੇ ਛੇਤੀ ਹੋ ਗਿਆ, ਕਹਿੰਦੇ ਸਾਰੀ ਉਮਰ ਹੋ ਗਈ, ਇੰਨਾ ਕੁ ਸਮਾਂ ਹੋ ਗਿਆ। ਕਹਿੰਦੇ ਕੱਲ ਦੀ ਤੇ ਗੱਲ ਹੈ, ਮੈਂ ਜੰਮਿਆ ਸੀ। ਕਹਿੰਦੇ ਚਲੋ। ਤੇ ਕਬੀਰ ਸਾਹਿਬ ਕਹਿੰਦੇ ਫਿਰ ਬੰਦਾ ਕਹਿੰਦਾ ਹਜੇ ਕਿੱਥੋਂ ਚਲੋ? ਕਹਿੰਦੇ ਹਜੇ ਤੇ ਕਈ ਪਿੰਡ ਪਏ ਨੇ ਮੇਰੇ, ਤੇ ਕਹਿੰਦੇ ਹਜੇ ਤੇ ਇੰਨੀ ਲੇਵਾ ਦੇਵੀ ਹੈ, ਜੇ ਮੈਂ ਪੁੱਤਰਾਂ ਧੀਆਂ ਨੂੰ ਬੈਠ ਕੇ ਦੱਸਣ ਲੱਗਾ ਤੇ ਕਈ ਸਾਲ ਲੱਗ ਜਾਣੇ ਆ। ਜਿਨ੍ਹਾਂ ਤੋਂ ਲੇਵਾ ਦੇਵੀ ਜਿਹੜਾ ਮੇਰਾ ਪਸਾਰਾ ਤੇ ਖਿਲਾਰਾ ਹੈ, ਕਹਿੰਦੇ ਸਾਲ ਦੇ ਦੇ ਮੈਨੂੰ। ਕਬੀਰ ਸਾਹਿਬ ਕਹਿੰਦੇ ਜੰਮ, ਕਹਿੰਦੇ ਸਾਲ ਨਹੀਂ, ਕਹਿੰਦੇ ਮੌਤ ਵੀ ਨਹੀਂ ਮਿਲਣਾ। ਕਹਿੰਦੇ ਫਿਰ ਇੱਕ ਗੱਲ ਕਰ, ਇੱਕ ਕੰਮ ਕਰ, ਇੱਕ ਰਾਤ ਦੇ ਦੇ ਬਸ ਮੈਨੂੰ, ਅੱਜ ਦੀ ਰਾਤ ਦੇ ਦੇ, ਸਵੇਰੇ ਹੋਣੀ ਹੈ, ਜਿੰਨਾ ਕੁ ਮੈਂ ਜ਼ੋਰ ਲੱਗੇਗਾ ਤੇਰਾ ਵੀ ਹਿਸਾਬ ਕਿਤਾਬ ਕਰ ਦਾਂਗਾ, ਤੇਰਾ ਵੀ ਠੀਕ ਤੇ ਮੇਰਾ ਵੀ ਠੀਕ।
ਤੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੀ ਹੈ, ਕਹਿੰਦੇ ਉਸ ਵੇਲੇ ਕਹਿੰਦੇ ਜਮਾ ਨੇ ਇਹ ਨਹੀਂ ਕਹਿਣਾ ਕਿ ਤੂੰ ਇੰਨਾ ਸਮਾਂ ਲੈ ਲੈ ਤੈਨੂੰ ਦੇਤਾ, ਨਹੀਂ। ਉਹਦੇ ਤੇ ਕਿਆ ਤੈ ਖਟਿਆ ਕਹਾ ਗਵਾਇਆ, ਚਲੋ ਸ਼ਿਤਾਬ ਦੀਵਾਨ ਬੁਲਾਏ। ਸ਼ਿਤਾਬ ਦਾ ਮਤਲਬ ਚੱਲ ਹੁਣ ਛੇਤੀ ਚੱਲ, ਹੁਣ ਕੋਈ ਸਮਾਂ ਨਹੀਂ। ਕਹਿੰਦੇ ਮੌਤ ਪਲ ਦਾ ਵੀ ਸਮਾਂ ਨਹੀਂ, ਤੂੰ ਕਹਿੰਦੇ ਸਾਲ ਦੇ ਦੇ। ਕਹਿੰਦੇ ਗਾਵ ਬਾਕੀ ਹੈਗੇ। ਬੰਦਾ ਕਹਿੰਦਾ ਜੇ ਤੇ ਕਈ ਪਿੰਡ ਬਾਕੀ ਨੇ ਜਿਨ੍ਹਾਂ ਦੇ ਮੈਂ ਪੈਸੇ ਲਏ ਦਿੱਤੇ ਹੋਏ ਆ, ਜੇ ਤੇ ਲੈਣੇ ਦੇਣੇ ਆ, ਜੇ ਤੇ ਬੜਾ ਕੁਛ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਇਸ ਲਈ ਮਰਨਾ ਚੇਤੇ ਕਰਾਇਆ ਗਿਆ ਹੈ ਤਾਂ ਕਿ ਇੱਕਦਮ ਜੰਮ ਆਉਣ ਤੇ ਬੰਦਾ ਡਰੇ ਨਾ। ਇਹ ਤਿਆਰੀ ਹੈ, ਸੁੱਖਾਂ ਦੀ ਤਿਆਰੀ ਸਭ ਕਰੀ ਬੈਠੇ ਹੈ, ਦੁੱਖਾਂ ਦੀ ਤਿਆਰੀ ਕਿਸੇ ਦੀ ਨਹੀਂ। ਜਿਉਣ ਦੀ ਤਿਆਰੀ ਸਭ ਕਰੀ ਬੈਠੇ ਆ, ਮੈਨੂੰ ਖਿਮਾ ਬਖਸ਼ਿਓ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਮਰਨ ਦੀ ਤਿਆਰੀ ਕਿਸੇ ਦੀ ਵੀ ਨਹੀਂ। ਕਿਉਂਕਿ ਇੱਥੇ ਹਾਲ ਹੈ, ਨਬੀ ਇਹੀ ਕਹਿੰਦਾ, ਇੱਕ ਸਿਆਣਾ ਨਬੀ ਕਹਿੰਦੇ ਸਮਾਨ 100 ਬਰਸ ਕਾ ਖਬਰ ਪਲਕੀ ਵੀ ਨਹੀਂ। ਕਹਿੰਦੇ ਕੱਲ ਦੀ ਖਬਰ ਨਹੀਂ ਹੈ, ਪਰ ਇੱਥੇ ਔਰ ਇਹਨੂੰ ਬਾਬਾ ਸ਼ੇਖ ਫਰੀਦ ਜੀ ਵੀ ਕਹਿੰਦੇ ਆ। ਕਹਿੰਦੇ ਬੰਦਾ ਇਸ ਧਰਤੀ ਤੇ ਆਇਆ, ਕਹਿੰਦੇ ਕਿੰਨਾ ਕੁ ਖਾਣਾ ਉਹਨੇ, ਕਹਿੰਦੇ ਜਿਸ ਵੇਲੇ ਜਿਹੜਾ ਹੁਣੇ ਖਾ ਲਿਆ ਨਾ ਬੰਦੇ ਨੇ, ਤਿਆਰੀ ਅਗਲੇ ਦੀ ਹੋ ਜਾਂਦੀ ਹੈ ਸ਼ੁਰੂ, ਪਰ ਜਿਹੜਾ ਖਾਧਾ ਹੋਇਆ ਬੰਦਿਆ ਉਹੀ ਤੇਰੇ ਲਾਇਦ ਹੈ, ਉਹੀ ਤੇਰੇ ਲਾਇਦ ਹੈ। ਇਸ ਤੋਂ ਵੱਧ ਨਹੀਂ, ਅਗਲੇ ਦਾ ਪਤਾ ਹੀ ਨਹੀਂ। ਮਤ ਕੇ ਜਾਪੇ ਸਾ ਆਵੇ ਕਿ ਨਾ ਆਵੇ ਰਾਮ। ਬੜਾ ਕਮਾਲ ਦਾ ਜ਼ਿਕਰ ਕੀਤਾ। ਕਹਿੰਦੇ ਇਹ ਜਿਹੜੀ ਦੇਹੀ ਹੈ ਨਾ, ਕਹਿੰਦੇ ਇਹ ਵੱਥ ਅਲੂਣੀ ਬੰਨ ਹੈ। ਕਹਿੰਦੇ ਪਰ ਬੰਦੇ ਨੇ 100 ਸਾਲਾਂ ਦੀ ਤਿਆਰੀ ਕੀਤੀ ਹੋਈ ਹੈ, ਅੱਗੇ 300 400 ਇੰਨੀ ਕੁ ਤਿਆਰੀ ਕੀਤੀ ਹੋਈ। ਇਸ ਕਰਕੇ ਕਹਿੰਦੇ ਇਹ ਦੇਹੀ ਥੋੜੇ ਜਿਹੇ ਆਟੇ ਪਾਣੀ ਅੰਨ ਪਾਣੀ ਤੋਂ ਚੱਲਣ ਵਾਲੀ ਹੈ। ਸਾਡੇ ਤ੍ਰੈਮਨ ਦੇਹੁਰੀ ਜਪੋ ਜੀ, ਸਾਡੇ ਤ੍ਰੈਮਨ ਦੇਹੁਰੀ। ਇਸ ਤੋਂ ਵੱਧ ਇਸ ਪਿੰਡ, ਇਸ ਸਰੀਰ, ਜਾਂ ਇਸ ਤਰ੍ਹਾਂ ਕਹਿ ਲਓ 450 ਗ੍ਰਾਮ ਤੋਂ ਵੱਧ ਇਹਦੇ ਅੰਦਰ ਕੁਝ ਨਹੀਂ ਜਾ ਸਕਦਾ ਭੋਜਨ। ਤੇ ਇਹਦੀ ਇੰਨੀ ਕੁ ਭਾਰ ਜਿੰਨਾ ਹੋਏ। ਸਾਡੇ ਤ੍ਰੈਮਨ ਦੇਹੁਰੀ ਚੱਲੈ ਪਾਣੀ ਅੰਨ, ਇਹਨੂੰ ਚਲਾਉਣ ਵਾਲਾ। ਪਰ ਬੰਦੇ ਦਾ ਹਾਲ ਕੀ ਹੈ? ਆਇਆ ਬੰਦਾ ਦੁਨੀ ਵਿੱਚ ਵੱਥ ਅਲੂਣੀ ਬੰਨ। ਬੰਦੇ ਨੇ ਅਗਲੇ 100 ਸਾਲਾਂ ਦੀ ਤਿਆਰੀ ਕੀਤੀ ਹੋਈ ਹੈ ਕਿ ਹੋਣਾ। ਪਰ ਫਰੀਦ ਜੀ ਕਹਿੰਦੇ ਕੱਲ ਦਾ ਨਹੀਂ ਪਤਾ ਭਾਈ, ਆਓ ਇਹਨੂੰ ਵੀ ਚੇਤੇ ਕਰੀਏ। ਸੁੱਖ ਲਈ ਸਭ ਤਿਆਰ ਆ, ਇਹਦੇ ਲਈ ਵੀ ਤਿਆਰੀ ਕਰੀਏ। ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਤਿਆਰੀ ਹੈ। ਪੁਰਾਤਨ ਸਿਆਣੇ ਇਹੀ ਕਹਿੰਦੇ ਸੀ, ਕਹਿੰਦੇ ਪੂਰੇ ਗੁਰੂ ਗ੍ਰੰਥ ਸਾਹਿਬ ਦਾ ਭਾਵ ਜੇ ਸਮਝਣਾ ਹੈ ਤੇ ਫਿਰ ਸਾਰੇ ਬਹਿ ਕੇ 9ਵੇਂ ਮਹੱਲੇ ਦੇ ਸ਼ਲੋਕ ਪੜ੍ਹ ਲਿਆ ਕਰੋ। ਅੱਜ ਵੀ ਤਾਈਓ ਤੇ ਸਾਡੀ ਮਰਿਆਦਾ ਹੈ ਕਿ ਜੀ ਇਕੱਠੇ ਬਹਿ ਕੇ ਸੁਣਨੇ, ਕਿਉਂਕਿ ਇਹਨੂੰ ਪੂਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਚੋੜ ਵੀ ਆਖਿਆ, ਜੋ ਗੁਰੂ ਸਾਹਿਬ ਜੀਵਨ ਦੇ ਵਿੱਚ ਸਮਝਾ ਰਿਹਾ। ਤੇ ਮਹਾਰਾਜ ਜੀ ਕਹਿੰਦੇ ਆ ਤਨ, ਇਹ ਤਨ ਦਿੱਤਾ ਜਿਨ ਜੀਓ ਪਿੰਡ ਨੱਕ ਮੁਖ ਦਿਆ, ਬਰਤਨ ਕੋ ਪਾਣੀ ਅਨ ਖਾਣਾ, ਕੱਪੜ ਪਹਿਨਣ ਦਿਆ, ਰਸ ਅਨ ਭੋਗਾਨੀ, ਜਿਨ ਦੀਏ ਸੋ ਚਿਤਨਾ ਆਵੀ ਪਸ਼ੂ ਹਉ ਕਰ ਜਾਨੀ। ਧਨ ਜਿੰਨਾ ਸਾਰਾ ਸਰਮਾਇਆ ਦਿੱਤਾ, ਕੱਪੜੇ ਦਿੱਤੇ, ਸਵਾਰੀਆਂ ਦਿੱਤੀਆਂ, ਭੋਗਣ ਨੂੰ ਭੋਗ ਦਿੱਤੇ, ਕਿਸੇ ਨੂੰ ਘਰ ਦਿੱਤੇ, ਕਿਸੇ ਨੂੰ ਮਹਿਲ ਦਿੱਤੇ, ਵੱਡੇ ਤੋਂ ਵੱਡੇ ਦਿੱਤੇ, ਛੋਟੇ ਤੋਂ ਛੋਟੇ ਦਿੱਤੇ। ਮਹਾਰਾਜ ਕਹਿੰਦੇ ਘਰ ਵੜਦਿਆਂ ਵੀ ਸ਼ੁਕਰਾਨਾ ਨਹੀਂ ਕੀਤਾ ਜਿੰਨੇ ਘਰ ਦਿੱਤੇ। ਅੱਗੇ ਜ਼ਿਕਰ ਕਰਦੇ ਆਣਾ ਜ਼ਿਕਰ, ਤਨ ਧਨ ਜਿਹ ਤੋ ਕਉ ਦਿਓ, ਤੈਨੂੰ ਦਿੱਤਾ ਤਾਂ ਸਿਓ ਨੇਹੋ ਨਾ ਕੀਨ, ਉਹਦੇ ਨਾਲ ਤੂੰ ਨੇ ਨਹੀਂ ਕੀਤਾ, ਪਰ ਕੰਨਾਂ ਪੱਥਰਾਂ ਨਾਲ ਨਹੀਂ ਕਰ ਲਿਆ। ਅੱਧੀ ਅੱਧੀ ਰਾਤੀ ਵੀ ਲਾਈਟ ਬਾਲ ਕੇ ਦੇਖਦੇ ਆ ਪੱਥਰ ਕਿੰਨਾ ਚਮਕਦਾ, ਮੈਨੂੰ ਖਿਮਾ ਬਖਸ਼ਿਓ। ਪਰ ਗੁਰੂ ਨਾਨਕ ਸਾਹਿਬ ਕਹਿੰਦੇ ਤੇਰੇ ਘਰਾਂ 'ਚ ਲੱਗੇ ਹੋਏ ਪੱਥਰ ਨਹੀਂ ਵੇਖਣੇ, ਇਹ ਵੇਖਣਾ ਕਿ ਤੇਰਾ ਪੱਥਰ ਦਿਲ ਮੋਮ ਹੋਇਆ ਕਿ ਨਹੀਂ ਹੋਇਆ ਉਹਦਾ ਨਾਮ ਜਪ ਕੇ। ਇਹ ਹਜੇ ਪੱਥਰ ਹੈ, ਜੇ ਦਿਲ ਪੱਥਰ ਹੈ ਤੇ ਮੋਤੀ ਤਾਂ ਮੰਦਰ। ਪਹਿਲਾ ਸ਼ਬਦ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸ੍ਰੀ ਰਾਗ ਦਾ। ਬਿਲਕੁਲ ਇਹਨੂੰ ਮਹਾਰਾਜ ਕਹਿੰਦੇ ਬਣਾਓ, ਮੁਬਾਰਕ ਹੈ। ਲੱਖ ਕੀ ਕਰੋੜਾਂ ਲਾਓ, ਲੋਕੀ ਪੱਥਰ ਲਾਉਂਦੇ, ਤੁਸੀਂ ਮੋਤੀ ਲਾਓ। ਲੋਕੀ ਕੰਨਾਂ ਤੇ ਡਿਸਟੈਂਪਰ ਕਰਾਉਂਦੇ, ਤੁਸੀਂ ਚੰਦਨ ਅਗਰ ਦੇ ਲੇਪਣੇ ਕਰਾਓ। ਦੁਨੀਆ ਦੇ ਲੋਕ ਲੱਕੜਾਂ ਦੇ ਬਿਸਤਰਿਆਂ ਤੇ ਸੌਂਦੇ ਆ, ਗੁਰੂ ਸਾਹਿਬ ਕਹਿੰਦੇ ਹੀਰੇ ਮੋਤੀ ਜੜੇ ਹੋਣ ਤੁਹਾਡੇ ਬਿਸਤਰਿਆਂ ਤੇ ਕੋਈ ਨਹੀਂ। ਪਰ ਇੱਕ ਗੱਲ ਚੇਤੇ ਰੱਖਿਓ, ਗੁਰੂ ਨਾਨਕ ਸਾਹਿਬ ਕਹਿੰਦੇ ਇਹ ਦੇਖਣਾ ਨਹੀਂ ਕਿਸੇ। ਦੁਨੀਆ ਨੂੰ ਜਿੰਨਾ ਮਰਜ਼ੀ ਦਿਖਾ ਲਓ, ਅੰਤ ਵੇਲੇ ਦੀ ਗੱਲ ਕੀਤੀ ਹੈ। ਮਹਾਰਾਜ ਕਹਿੰਦੇ ਡੋਲਤ ਦੀਨ ਸਮਝ ਲਿਓ। ਮੋਤੀ ਤਾਂ ਮੰਦਰ ਉਸ ਰਹਿ, ਰਤਨੀ ਤਾਂ ਹੋਵੇ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਕੰਨਾਂ ਉਤੇ, ਲੀਪ ਆਵੇ ਚਾਓ, ਜੇ ਨਾ ਕੁਛ ਵੀ ਹੋ ਜੇ ਮਤ ਦੇਖ, ਭੂਲਾਂ ਵਿਸਰੈ ਤੇਰਾ ਚਿੱਤ ਨਾ ਆਵੇ। ਜੇ ਇੰਨਾ ਕੁਛ ਪ੍ਰਭੂ ਨੇ ਦੇਤਾ, ਕਰੋੜਾਂ ਵਾਰੀ ਉਹਦਾ ਸ਼ੁਕਰਾਨਾ ਕਰ ਕਿ ਸੱਚਾ ਪਾਤਸ਼ਾਹ ਮੇਰੀ ਔਕਾਤ ਨਹੀਂ, ਤੂੰ ਮੈਨੂੰ ਔਕਾਤ ਤੋਂ ਵੱਧ ਦਿੱਤਾ।
इस करके सच्चा पातशाह तेथों बलिहार जाइए ਉਹਦੇ ਨਾਲ ने नहीं कीता जिन्हें दिता कीते को मेरा समान है करणहार तृण जाना। मेरा दा मतलब मेरा नहीं, मेरा दा मतलब सुमेर पर्वत वड्डा ਜਿਹੜਾ मिल गया ਉਹੀ सब कुछ है। जिन्हें दिता है वो तिनका ਉਹਨੂੰ ਤੇ चेता ही नहीं कीता। ਧੰਨ ਗੁਰੂ ਨਾਨਕ ਸਾਹਿਬ ਦੇ ਬਚਨ ਚੇਤੇ ਕਰਿਓ, ਜਿਨ੍ਹਾਂ ਨੂੰ ਪ੍ਰਭੂ ਚੇਤੇ ਆ ਜਾਏ ਨਾ, ਸਾਲਾ ਹੀ ਸਾਲਾ ਏਤੀ ਸੁਰਤ ਨਾ ਪਾਈਆ ਨਦੀਆਂ ਤੈ ਵਾਹ ਪਵੈ ਸਮੁੰਦ ਨਾ ਜਾਣੀਏ ਸਮੁੰਦ ਸ਼ਾਹ ਸੁਲਤਾਨ। ਕਹਿੰਦੇ ਜਿਹੜਾ ਉਸ ਪ੍ਰਭੂ ਨੂੰ ਚੇਤੇ ਕਰਦਾ ਉਹਦੇ ਵਰਗਾ ਹੋ ਜਾਂਦਾ। ਇਹਦਾ ਹੁਣ ਸਮਾਂ ਨਹੀਂ ਹੈ ਮੈਂ ਇਸ ਨੂੰ ਖੋਲਾਂ। ਅਗਲਾ ਬਚਨ ਗਿਰਹਾ ਸੇਤੀ ਮਾਲ ਧਨ। ਜੇ ਰੱਬ ਦੇ ਦਿੱਤੇ ਹੋਏ ਮਾਲ ਧਨਾਂ ਦੇ ਗਿਰਹਾ ਕਹਿੰਦੇ ਰੱਬ ਪਹਾੜ ਵੀ ਲਾ ਦੇ ਨਾ ਤੇ ਭਗਤ ਲਈ ਪਤਾ ਕੀ ਹੈ, ਗੇਰਾ ਸੇਤੀ ਮਾਲ ਧਨ ਕੀੜੀ। ਕਹਿੰਦੇ ਉਹ ਕਹਿੰਦਾ ਰੱਬ ਮੇਰੇ ਲਈ ਸਭ ਕੁਛ ਹੈ, ਇਹ ਮੇਰੇ ਲਈ ਤੇ ਕੀੜੀ ਬਰਾਬਰ ਵੀ ਨਹੀਂ ਹੈ। ਕਿਉਂਕਿ ਜਿਹੜਾ ਸਾਹਿਬ ਦੇਣ ਵਾਲਾ ਇਹ ਇੱਕ ਗਿਰਹਾ ਨਹੀਂ, ਜੇ ਚਾਹੇ ਤੇ ਕਰੋੜਾਂ ਹੀ ਪਹਾੜ ਦੌਲਤਾਂ ਦੇ ਖੜੇ ਕਰ ਦੇ ਮੇਰੇ ਲਈ। ਇਸ ਕਰਕੇ ਮੈਂ ਇਸ ਗਿਰਹਾ ਨੂੰ ਦੇਖ ਕੇ, ਪਹਾੜਾਂ ਨੂੰ, ਦੌਲਤ ਦੇ ਪਹਾੜਾਂ ਨੂੰ ਦੇਖ ਕੇ ਡੋਲਦਾ ਨਹੀਂ ਆ। ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਣੀ ਜੇ ਤਿਸ। ਜਿਹਦੇ ਮਨ ਵਿੱਚੋਂ ਨਹੀਂ ਵਿਸਰਿਆ ਨਾ ਉਹਦੇ ਲਈ ਰੱਬ ਵੱਡਾ ਹੈ। ਰੱਬ ਦੀਆਂ ਦਿੱਤੀਆਂ ਦਾਤਾਂ ਨਹੀਂ, ਦਾਤਾਂ ਤੇ ਸ਼ੁਕਰਾਨਾ ਹੈ। ਜੋ ਉਹਨੇ ਦਿੱਤਾ ਉਹਨੇ ਲੈ ਵੀ ਲੈਣਾ। ਮਾਟੀ ਕੋ ਪੁੱਤਰਾ ਕੈਸੇ ਨਚਤਾ ਹੈ, ਦੇਖਿਆ ਦੇਖਿਆ ਸੁਨੈ ਬੋਲੇ ਦੌਰਿਓ ਫਿਰਤ ਹੈ। ਜਬ ਕਛ ਪਾਵਤ ਤਬ ਗਰਭ ਕਰਤ ਹੈ, ਮਾਇਆ ਗਈ ਤੋ ਰੋਵਨ ਲਗਤ। ਇਸ ਕਰਕੇ ਮਹਾਰਾਜ ਕਹਿੰਦੇ ਅਬ ਕਿਉਂ ਡੋਲਤ ਦੀਨ। ਇਹੀ ਕਾਰਨ, ਜੇ ਉਹਦੀ ਦਾਤ ਪਿਆਰੀ ਲੱਗਣ ਲੱਗ ਗਈ ਕਹਿੰਦੇ ਫਿਰ ਦੀਨ ਡੋਲੇਗਾ। ਜੇ ਦਾਤਾ ਪਿਆਰਾ ਲੱਗਿਆ ਫਿਰ ਇਹ ਮਨ ਕਦੀ ਨਹੀਂ ਡੋਲੇਗਾ। ਅੱਜ ਡੋਲ ਰਿਹਾ ਹਮ ਡੋਲਤ ਬੇੜੀ ਪਾਪ ਭਰੀ ਹੈ, ਪਵਨ ਲੱਗੈ ਮਤ ਜਾਹੀ। ਤਨ ਧਨ ਜੇ ਤੋ ਕੋ ਦਿਓ ਤਾਂ ਸਿਓ ਨੇਹੁ ਨਾ ਕੀਨ। ਉਹਦੇ ਨਾਲ ਪ੍ਰੇਮ ਨਹੀਂ ਕੀਤਾ, ਸਭ ਕੁਛ ਪਰੇ ਕਰਕੇ ਇਹ ਤੇ ਕਹਿ ਦਿੱਤਾ ਸਭ ਕੁਛ ਆਪਣਾ ਇੱਕ ਰਾਮ ਪਰਾਇਆ, ਪਰ ਇਹ ਨਹੀਂ ਕਿਹਾ ਮਹਾਰਾਜ ਇਹ ਤੇ ਸਭ ਪਰਾਇਆ, ਇੱਕ ਤੂੰ ਹੀ ਆਪਣਾ ਦੇਣ ਵਾਲਾ ਹੈ, ਤੂੰ ਹੀ ਨਿਭਣ ਵਾਲਾ ਹੈ। ਨਾਮ ਰਹੋ ਸਾਧੂ ਰਹੋ ਰਹੋ ਗੁਰ ਗੋਬਿੰਦ। ਤੂੰ ਰਹਿਣ ਵਾਲਾ ਹੈ। ਹਰ ਜਸ ਰੇ ਮਨਾ ਗਾਇ ਲੈ ਜੋ ਸੰਗੀ ਹੈ, ਕਹੋ ਨਾਨਕ ਨਰ ਭਾਵਰੇ। ਤੂੰ ਹੁਣ ਬੌਰਿਆ ਨਾ ਫਿਰ, ਬੌਰਿਆ ਨਾ ਫਿਰ। ਕਿਉਂ? ਅਸਲ ਗੁਰੂ ਕਾ ਸ਼ਬਦ ਸੁਣਨ ਵਾਸਤੇ ਸ਼ਰਵਣ ਮਿਲੇ ਨੇ। ਤੂੰ ਸੁਣੀ ਕੀ ਜਾਂਦਾ ਹੈ? ਇਹ ਸ਼ਰਵਣੋਂ ਮੇਰਿਓ ਸਾਚਾ ਸੁਣਨਾ ਨੂੰ ਅੱਖਾਂ ਮਿਲੀਆਂ ਹਰ ਤੁਮ ਮੈਂ ਹੈ ਜੋਤ। ਉਹਨੂੰ ਵੇਖ। ਜੇ ਜ਼ੁਬਾਨ ਮਿਲੀ ਹੈ ਤੇ ਉਸ ਰਸਨਾ ਨਾਲ ਇਹ ਆਖ ਮਾਤ ਗਰਭ ਤੁਮ ਹੀ ਪ੍ਰਤਪਾਲਕ ਮ੍ਰਿਤ ਮੰਡਲ ਇਤ ਤੂੰ ਹੀ ਰਸਨਾ ਜਪਤੀ। ਤੂੰ ਹੀ ਧਿਆ। ਬੌਰਾ ਨਾ ਫਿਰ ਇਹਨੂੰ ਵੇਖ ਕੇ, ਬੌਂਦਲਿਆ ਨਾ ਜਾ। ਜੇ ਸੁੱਖ ਨੂੰ ਦੇਖ ਕੇ ਬੰਦਾ ਬੌਂਦਲਿਆ ਜਾਂਦਾ ਹੈ, ਮਹਾਰਾਜ ਕਹਿੰਦੇ ਦੁੱਖਾਂ 'ਚ ਫਿਰ ਉਹ ਬਰਦਾਸ਼ਤ ਹੀ ਨਹੀਂ ਕਰ ਸਕਦਾ। ਕਹਿੰਦੇ ਦੁੱਖਾਂ ਦੇ ਵਿੱਚ ਤੇ ਫਿਰ ਉਹ ਬਾਵਰਾ ਹੋ ਜਾਂਦਾ। ਇਸ ਕਰਕੇ ਮਹਾਰਾਜ ਕਹਿੰਦੇ ਤੇਰਾ ਦੀਨ ਨਾ ਡੋਲੇ। ਜੇ ਸੁੱਖ ਨੂੰ ਦੇਖ ਕੇ ਡੋਲ ਗਏ ਫਿਰ ਮਹਾਰਾਜ ਕਹਿੰਦੇ ਦੁੱਖਾਂ 'ਚ ਕੌਣ ਬਚਾਏਗਾ। ਜੇ ਉਸਤਤ ਸੁਣ ਕੇ ਡੋਲ ਗਏ ਤੇ ਜੇ ਨਿੰਦਾ ਸੁਣਨੀ ਪੈ ਗਈ ਤੇ ਕੌਣ ਬਚਾਏਗਾ। ਸਾਹਿਬ ਜੀ ਤਿਆਰੀ ਕਰਾ ਰਹੇ ਹੈ, ਕਹਿੰਦੇ ਅਬ ਕਿਉਂ ਡੋਲਤ ਦੀਨ। ਕਿਉਂ ਡੋਲਦਾ? ਹੁਣ ਸਮਾਂ ਤੇ ਨਿਕਲ ਗਿਆ। ਫਿਰ ਸਾਹਿਬ ਜੀ ਕਹਿੰਦੇ ਤਨ ਧਨ ਸੰਪੈ ਸੁਖ ਦਿਓ ਅਰ ਜਿਹ ਨੀਕੇ ਧਾਮ ਕਹੋ ਨਾਨਕ ਸੁਨ ਰੇ ਮਨਾ ਸਿਮਰਤ ਕਹ ਨਾਰਾਮ। ਤਨ ਧਨ ਵਿਚਾਰ ਆਇਆ। ਸੰਪੈ, ਸੰਪੈ ਦਾ ਮਤਲਬ ਹੈ ਜੀ ਸੰਪਤੀ, ਹਰ ਤਰ੍ਹਾਂ ਦਾ ਦਿੱਤਾ ਹੋਇਆ ਪਸਾਰਾ, ਜਿਹਦੇ ਵਿੱਚ ਧਨ ਮਾਲ ਐਸ਼ ਇਸ਼ਰਤ ਸਭ ਕੁਛ ਆ ਗਿਆ। ਜੇ ਸਤਿਗੁਰੂ ਨੇ ਵੱਡਾ ਘਰ ਦਿੱਤਾ ਹੈ ਤੇ ਫਿਰ ਸ਼ੁਕਰ ਮਨਾਓ। ਸਤਿਗੁਰੂ ਤੂੰ ਮੈਨੂੰ ਮਹਿਲ ਦਿੱਤਾ ਹੈ, ਇਹ ਨਾ ਕੋ ਝੋਪੜੀ ਦਿੱਤੀ ਸ਼ੁਕਰ ਕਰਕੇ ਮਨਾਓ। ਸ਼ੁਕਰ ਵੱਡੇ ਦਿਲ ਨਾਲ ਕਿ ਸੱਚੇ ਪਾਤਸ਼ਾਹ ਦਿੱਤਾ ਹੈ ਤੇ ਦਿੱਤਾ ਹੈ। ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਤੇਰਾ ਦਿੱਤਾ ਹੋਇਆ ਹੈ। और इस करके तिनका खादा पैदा माया सब पवित्र है जो नाम हर राते। अगे जिक्र है तिनके मंदिर महल सराई घर सब कुछ। तिनके घर मंदिर महल सराई सब पवित्र है। जिन्हीं गुरमुख सेवक सिख अभ्यागत जाए वरसाते। जिथे बंदगी करने वाले बह गए ना, कहते वो तो कहते उजाड़ भी पवित्र हो जाएगा। इथों तक कि देही किसकी बापुरी पवित्र होएगो ग्राम, वो थां भी पवित्र हो जाएगा जिस मुख तो राम का नाम निकलेगा। संपत्ति दी अर जह नीके धाम। नीके किनू क्या? आप ये पढ़ते हैं ना कि प्रभु का नाम ही सब तो चंगा है।
कि जागना जागन नीका, हर कीर्तन में है नीके का मतलब सब तो शोभा वाला, सब तो सोहना। कहते रब ने तेनू सोने तो सोहना घर दिता है। अर्ज नीकै धाम जिन्हां घरां च वसना है, ते एक शुकराना कर। जे प्रसाद छत्ती अमृत खाए, तिस ठाकुर को रख मन माहे। जे प्रसाद सुगंधत तन लावे। कहते जिस किरपा दे नाल पिंडे ते तू परफ्यूम इत्र लाउंदा है ना, कहते मन ते सिमरत परमगत पावे, उन्होंने सिमर तेनू परम गति मिले। जय प्रसाद बसै सुख मंदर, जिदी किरपा दे नाल तू चंगे वड्डे घरां च वसदा है। कहते फिर कहते दुनिया दे बंदिया घर ते तू वस रहे हैं, ये कदी उहदे दित्ते घर दा शुक्र कीता? जिदी किरपा नाल जय प्रसाद वसै सुख मंदर, तू अपने घरां दे विच सुख पा रहे हैं। पर याद रखियो, जिथे रब चेता है, बड़े महल माड़ियां च भी सुख होएगा ते छोटियां झोपड़ियां च भी सुख होएगा। पर जिथे बिल्कुल रब चेते नहीं है, महाराज कहते जिन्नी मर्जी माड़ी महल माड़ियां हो जान, कूड़ राजा कूड़ प्रजा, कूड़ सब संसार, कूड़ मंडप कूड़ माड़ी, कूड़ बैसना। मंडप का मतलब मंडल घर, बैसन हार का मतलब जेड़े बह रहे ने, माड़ी का मतलब बैठकां घर दे विच। कूड़ मंडप कूड़ माड़ी, कूड़ बैसन हार, कूड़ सोयना, कूड़ रूपा, कूड़ पहनण हार, कूड़ काया, कूड़ कपड़, कूड़ रूप अपार, कूड़ कूड़ा नेहो लगा। आ बस आ तुक चेते करियो, कूड़ कूड़ा नेहो लगा विसरिया करता। जे करतार विसर जाए, महाराज कहते सब कुछ कूड़ है। जे करतार चेते आ जाए, भली सुहावी छापरी जाम है गुण गाए। कहते छोटे घर भी नीके लगते हैं, क्यों? प्रभु चेते है, सुख है। भली सुहावी छापरी जाम है गुण गाए, कित ही कामना धौल हर जित हर बिसरा। अर्ज नीकै धाम, सोहने महल दिते। अगे साहिब जी बड़ी बख्शिश करते, कहते जिन्हें ये सब कुछ दिता है, कहो नानक सुन रे मना, सिमरत काहे ना राम। उन्हां घरां च बह के कल्ले पापां बारे क्यों ख्याल लैंदा? उन्हां कन्नां दे विच रब नूं क्यों नहीं चेते करदा? वो कन्नां जप जी क्यों नहीं सुनदियां? उन्हां कन्नां विचों तू ही दियां धुनां क्यों नहीं उचारियां गियां? तू इन्ना जप उन्हां घरां दे विच बह के कि जपिया होया सदा ही रहे, क्योंकि असी नहीं रहना, पर उहदा नाम सदा ही रहना। इस करके वो सुख देने वाला है। सतगुरु जी कहते उहदा शुकराना करो। सब सुख दाता राम है, दूसर नाहिन कोई, कहो नानक सुन रे मना, ते सिमरत गत होए। कहो नानक सुन रे मना, ते सिमरत गत होए। ये भुलेखे ने कि जिन्हां दे सिर दे उत्ते लेख लिखे हुए ने दुख सुख दे, कि उन्हां तो असी पूर्ण सुख ले आवांगे। महाराज कहते नहीं, इस धरती ते हर कोई मनुख है ना, हर कोई जिहड़ा दिस रहा, उहदे सिर ते दुख सुख दा लेखा लिखिया होया। जे अज सुखी है, महाराज कहते की पता अज सुख दा लेखा खत्म होके कल नूं दुख शुरू हो जाए, किसी नूं थोड़ी पता। ये तो महाराज दा बचन है। पर सतगुरु भली करन कि सतगुरु जी दुख ना आए, ये अरदास करते हैं कि सुख रहे, कि दुख रोग संताप उतरे सुनी। इस बाणी का आसरा इसलिए लै रहा महाराज, ये दुख संताप तो बच जाए। पर साहिब जी ने कह दिता कि सबना लिखिया वुड़ी कलाम। जपो जी, सबना लिखिया एक कलाम दुख सुख का सारिया सिर दे उत्ते है। पर गुरु तेग बहादुर साहब कहते असी उन्हां तो सुख की आस कर रहे हैं जिन्हां दे सिर उत्ते दुख के लेखे भी लिखे हुए हैं। कहते जिन्हां दे सिर ते दुख के लेखे ने, उन्हां तो सुख किवें मिल जाएगा? पर एक पार ब्रह्म परमेश्वर है जिन्हें सारियां दे सिर ते लेखे लिखे ने, पर इहदे सिर दे उत्ते कोई लेखा नहीं। जिन ए लिखे ते सिर, जपो जी, जिन ए लिखे ते सिर। कहते जिस रब ने सारियां दे सिर ते लिखे लिखते ना दुख सुख दे, कहते पर इहदे सिर दे उत्ते कोई लेखा नहीं लिख सकता। ਇਹਦਾ मतलब ये दुख सुख च नहीं है। जिन्हें सारियां दे सिर ते लिखते लिखे, इनू कदी दुख नहीं है। जिन्हें लिखे ते सिर नाए, जे फरमाए जिवें उन्हें फरमाता सबनू दुख सुख मिलना। इस करके महाराज कहते जिस डाली दी तू आस लै रहे है ना, दुखों का तूफान आएगा, वो रुख की डाल शाखा हिलेगी। तू डाल का सहारा ना रह, डाल ते बैठेगा तो डोलेगा। तू उस पार ब्रह्म परमेश्वर तने का रुख का सहारा लै लै,
ਜਿਹੜਾ ਕਦੀ ਡੋਲਣ ਵਾਲਾ ਨਹੀਂ, ਜਿਹੜਾ ਅਡੋਲ ਹੈ, ਜਿਹੜਾ ਸਦਾ ਹੀ ਹੈ, ਜਿਹੜਾ ਜੜ ਰੂਪ, ਜਿਹੜਾ ਚੇਤਨ ਵੀ ਤੈਨੂੰ ਦੇਗਾ। ਇਸ ਕਰਕੇ ਮਹਾਰਾਜ ਕਹਿੰਦੇ ਦੁਨੀਆ ਦੇ ਜਿੰਨੇ ਸਹਾਰੇ ਨੇ ਦੁੱਖ ਸੁੱਖ ਦੇ ਵਿੱਚ ਪ੍ਰਵਿਰਤ ਹੋਣਗੇ, ਪਰ ਇੱਕ ਸਹਾਰਾ ਹੈ ਜਿਹੜਾ ਸਦਾ ਹੀ ਹੈ, ਅਡੋਲ ਹੈ, ਜਿਹਨੂੰ ਦੁੱਖ ਸੁੱਖ ਦਾ ਲੇਖਾ ਨਹੀਂ। ਇਸ ਕਰਕੇ ਸਾਹਿਬ ਜੀ ਕਹਿੰਦੇ ਸਭ ਸੁੱਖ ਦਾਤਾ, ਸਾਰੇ ਸੁੱਖਾਂ ਦਾ ਦਾਤਾ ਔਰ ਇੱਕੋ ਹੀ ਪ੍ਰਭੂ ਹੈ, ਸਭ ਸੁੱਖ ਇਹਦੇ ਵਿੱਚ ਹੈ। ਕਿਉਂਕਿ ਤੁਹਾਡਾ ਨਾਮ ਹੀ ਦੁੱਖਾਂ ਦਾ ਭੰਜਨ ਹੈ। ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ। ਜਪੋ ਜੀ 8 ਪਹਿਰ ਆਰਾਧਿਐ, ਪੂਰਨ ਸਤਿਗੁਰ ਗਿਆਨ, ਜਿਤ ਘਟ ਵਸੈ, ਪਾਰ ਬ੍ਰਹਮ ਸੋਈ ਸੁਹਾਵਾ, ਥਾਨ ਜਮ ਕੰਕਰ ਨੇੜ ਨਾ ਆਵੀ, ਰਸਨਾ ਹਰ ਗੁਣ ਗਾ। ਜਿਹਦੀ ਰਸਨਾ ਤੇ ਪ੍ਰਭੂ ਹੈ ਕਹਿੰਦੇ ਉਹਦੇ ਦੁੱਖ ਦੂਰ ਹੋਣਗੇ, ਕਿਉਂਕਿ ਗੁਰੂ ਦੁੱਖਾਂ ਨੂੰ ਦੂਰ ਕਰਨ ਵਾਲਾ, ਇਹ ਨਾਮ ਦੁੱਖਾਂ ਨੂੰ ਮੇਟਣ ਵਾਲਾ ਹੈ। ਇੱਕ ਨਹੀਂ, ਦੁੱਖਾਂ ਦਾ ਡੇਰਾ ਹੀ ਖਤਮ ਕਰ ਦੇਗਾ। ਦੁੱਖ ਹੋ ਕੇ ਵੀ ਦੁੱਖ ਦਾ ਚੇਤਾ ਨਹੀਂ ਰਹੇਗਾ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇ ਅਰ ਭੈ ਨਹੀਂ ਜਾਕੈ ਕੰਚਨ, ਸਭ ਸੁਖ ਦਾਤਾ ਰਾਮ ਹੈ, ਦੂਸਰ ਨਾਹਿਨ ਕੋਏ। ਕਹਿੰਦੇ ਕਿਸੇ ਕੋਲ ਇਕੱਲੇ ਸੁੱਖ ਨਹੀਂ ਹੈ। ਕਿਸ ਪੈ ਖੋਲੂ ਗੰਠੜੀ, ਕਹਿੰਦੇ ਕਿਹਦੇ ਅੱਗੇ ਮੈਂ ਆਪਣੇ ਦੁੱਖਾਂ ਦੀ ਗੰਢ ਖੋਲਾਂ। ਕਹਿੰਦੇ ਦੁਖੀ ਭਰਿਆ ਆ। ਅਗਲਾ ਕਹਿੰਦਾ ਤੂੰ ਚੁੱਪ ਕਰ, ਮੇਰੇ ਦੁੱਖਾਂ ਨੂੰ ਸੁਣੇਗਾ ਤੇ ਤੇਰੇ ਦੁੱਖ ਤੈਨੂੰ ਛੋਟੇ ਲੱਗਣ। ਕਹਿੰਦੇ ਦੁਨੀਆ ਦੇ ਲੋਕਾਂ ਅੱਗੇ ਜੇ ਆਪਣੀ ਗੰਢਾਂ ਖੋਲੀਏ ਦੁੱਖਾਂ ਦੀ, ਅਗਲਾ ਕਹਿੰਦਾ ਯਾਰ ਮੈਂ ਤੈਨੂੰ ਕੀ ਦੱਸਾਂ, ਤੇਰਾ ਤੇ ਕੁਝ ਵੀ ਨਹੀਂ ਹੈ। ਕਹਿੰਦੇ ਜੇ ਦੁੱਖ ਦੀ ਗੰਠੜੀ ਖੋਲਣੀ ਹੈ ਤੇ ਉਹਦੇ ਅੱਗੇ ਖੋਲ, ਪ੍ਰਭ ਜੀ ਤੂੰ ਮੇਰੇ ਪ੍ਰਾਣ ਆਧਾਰੇ। ਜਪੋ ਜੀ ਨਮਸਕਾਰ, ਡੰਡੋਤ ਬੰਦਨਾ ਅਨਕ ਬਾਰ ਜਾਉਂ ਬਾਰੇ। ਅਗਲਾ ਬਦਨ ਸੁਖ ਦੁੱਖ ਇਸ ਮਨ ਕੀ ਬਿਰਥਾ, ਮੇਰੇ ਅੰਦਰ ਦੁੱਖ ਵੀ ਬਹੁਤ ਨੇ ਤੇ ਸੁੱਖਾਂ ਦੀ ਚਾਹਤ ਵੀ ਬਹੁਤ ਹੈ। ਤੇ ਫਿਰ ਮਹਾਰਾਜ ਕਹਿੰਦੇ ਫਿਰ ਹੁਣ, ਕਹਿੰਦੇ ਦੁਨੀਆ ਦੇ ਲੋਕਾਂ ਤੋਂ ਮੰਗੇਗਾ, ਕਹਿੰਦੇ ਨਹੀਂ। ਦੁਨੀਆ ਨੂੰ ਸੁਣਾਏਗਾ, ਕਹਿੰਦੇ ਨਹੀਂ। ਦੁਨੀਆ ਨੂੰ ਸੁੱਖ ਸੁਣਾਓਗੇ ਅਗਲਾ ਬੰਦਾ ਜੈਲਸ ਕਰਨਾ ਸ਼ੁਰੂ ਕਰ ਦੇਗਾ। ਜੇ ਉਹਨਾਂ ਨੂੰ ਦੁੱਖ ਵੀ ਸੁਣਾਓਗੇ ਅਗਲਾ ਬੰਦਾ ਖਿੱਲੀ ਉਡਾਉਣਾ ਸ਼ੁਰੂ ਕਰ ਦੇਗਾ। ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ ਹੈ। ਕਿਸੇ ਨੂੰ ਸੁੱਖ ਦੱਸੋਗੇ ਤੇ ਅਗਲਾ ਸੁੱਖ ਸੁਣ ਕੇ ਬਰਦਾਸ਼ਤ ਨਹੀਂ ਕਰੇਗਾ ਤੁਹਾਡਾ, ਤੇ ਦੁੱਖ ਵੀ ਦੱਸੋਗੇ ਨਾ, ਅਗਲਾ ਦੁੱਖਾਂ ਦੀ ਵੀ ਫਿਰ ਮੌਜੂ ਬਣਾਏਗਾ ਮਖੌਲ। ਇਸ ਕਰਕੇ ਸੁਖ ਦੁੱਖ ਇਸ ਮਨ ਕੀ ਬਿਰਥਾ। ਜਪੋ ਸੁਖ ਦੁੱਖ ਇਸ ਮਨ ਕੀ ਬਿਰਥਾ, ਤੁਝ ਹੀ ਆਗੈ ਸਾਰੇ। ਮੈਂ ਸਭ ਇੱਥੇ ਭੇਟ ਕਰ, ਸੁਖ ਵੀ ਤੇਰੇ ਅੱਗੇ ਤੇ ਮੇਰਾ ਦੁੱਖ ਵੀ ਤੇਰੇ ਅੱਗੇ। ਇਸ ਕਰਕੇ ਸੁੱਖਾਂ ਦਾ ਦਾਤਾ ਉਹ ਹੈ ਦੂਸਰ ਨਾਹਿਨ ਕੋਏ। ਜਪੋ ਜੀ ਜੇ ਸਿਮਰਤ ਕਹੋ ਨਾਨਕ ਸੁਨ ਰੇ ਮਨਾ, ਸਿਮਰਤ ਗਤ ਹੋਏ ਸਭ ਸੁਖ ਦਾਤਾ ਰਾਮ ਹੈ, ਦੂਸਰ ਨਾਹਿਨ ਕੋਏ ਕਹੋ ਨਾਨਕ ਸੁਨ ਰੇ ਮਨਾ। ਤੇ ਸਿਮਰਤ ਗਤ ਹੋਏ, ਉਹਦਾ ਸਿਮਰਨ ਕੀਤਿਆਂ ਮਨ ਪਵਿੱਤਰ ਹੁੰਦਾ ਹੈ, ਮਨ ਦੀ ਗਤੀ ਹੁੰਦੀ ਹੈ। ਗਤ ਦਾ ਮਤਲਬ ਕੀ ਹੈ? ਗਤ ਦਾ ਮਤਲਬ ਹੈ ਦੁਨੀਆ ਦੇ ਦੁੱਖ ਸਾਨੂੰ ਸੱਚੀ ਮੁੱਚੀ ਸੋਚਣ ਤੋਂ ਹਟਾ ਦਿੰਦੇ ਆ। ਅਸੀਂ ਬੋਂਦਲ ਜਾਂਦੇ ਹਾਂ, ਪਰ ਜਿਸ ਹਿਰਦੇ ਵਿੱਚ ਨਾਮ ਰੂਪੀ ਸੁੱਖ ਦਾ ਐਸਾ ਖਜ਼ਾਨਾ ਹੈ ਨਾ, ਕਿਨਹੀ ਬੰਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਸੰਤੋ ਬਣਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ ਹਰ ਕੇ ਨਾਮ ਕੇ व्यापारी, हीरा हाथ चढ़िया निर्मोलक, छूट गई संसार। दुनिया के दुख खत्म हो गए सारे। ਇਹ ਸਿਮਰਨ ਦੇ ਵਿੱਚ ਗਤ ਹੁੰਦੀ ਹੈ। ਤੇ ਫਿਰ ਸਾਹਿਬ ਜੀ ਅੱਗੇ ਕਹਿੰਦੇ ਜੇ ਸਿਮਰਤ ਗਤ ਪਾਈਐ ਤੇ ਭਜ ਰੇ ਤੈ ਮੀਤ। ਫਿਰ ਉਹਨੂੰ ਚੇਤੇ ਕਰ ਜਿਹਦੇ ਦਰਸ਼ਨ ਕੀਤਿਆਂ ਆਪਣੀ ਗਤਮਿਤ ਖਤਮ, ਦੁਨੀਆ ਦੀ ਇੱਜ਼ਤ ਦੀ ਫਿਰ ਪਰਵਾਹ ਨਹੀਂ। ਮਹਾਰਾਜ ਕਹਿੰਦੇ ਦੁਨੀਆ ਦੀ ਇੱਜ਼ਤ ਲਈ ਬੰਦਾ 32 ਤਰ੍ਹਾਂ ਦੇ ਸ਼ਿੰਗਾਰ ਕਰਦਾ, 16 ਸ਼ਿੰਗਾਰ ਤੇ 32 ਲੱਛਣ। ਕਹਿੰਦੇ ਜੇ ਰੱਬ ਨੇ ਨਾਕੀ ਵੱਢ ਲਿਆ ਫਿਰ ਕੀ ਸ਼ਿੰਗਾਰ ਸੋਹਣਾ ਲੱਗੇਗਾ ਉਸ ਜੀਵ ਇਸਤਰੀ ਦਾ? ਕਹਿੰਦੇ ਇੱਕ ਇਸਤਰੀ 16 ਸ਼ਿੰਗਾਰ ਤੇ 32 ਲੱਛਣ ਕਰਕੇ ਭਰੇ ਸਰ ਬਾਜ਼ਾਰ 'ਚ ਆਈ ਹੈ, ਮੈਂ ਸੁੰਦਰ ਹਾਂ, ਮੈਂ ਸੁੰਦਰ ਹਾਂ। ਤੇ ਬੰਦਾ ਅੱਗੋਂ ਇਸਤਰੀ ਸਿਆਣੀ ਕਹੇ, ਕਹਿੰਦੇ ਜ਼ੋਰ ਤੇ ਤੂੰ ਬਹੁਤ ਲਾਇਆ ਸ਼ਿੰਗਾਰ, ਹਾਰ ਸ਼ਿੰਗਾਰ, ਬਸਤਰ, ਸਭ ਕੁਛ, ਇੱਤਰ ਫਲੇਲਾ ਸਭ ਕੁਛ ਦਾ, ਪਰ ਕਹਿੰਦੇ ਤੇਰਾ ਨਾਕੀ ਨਹੀਂ ਹੈ। ਕਹਿੰਦੇ ਨਾਕੀ ਨਹੀਂ ਹੈ। ਬੜਾ ਕਮਾਲ ਦਾ ਸ਼ਬਦ ਹੈ। ਉਹ ਸ਼ਬਦ ਹੈ ਪਰ ਧਨ ਪਰਦਾਰਾ ਪਰ ਹਰੀ, ਜਾ ਕੇ ਨਿਕਟ ਵਸੈ ਨਰ ਹਰੀ, ਜੋ ਨਾ ਭਜਨਤੇ नारायणा तिनका मैं ना करूं दर्शना, जिनके भीतर है अंतरा जैसे नर जैसे पश तैसे ओ नरा। जिदे हिरदे च प्रभु की गतमित नहीं ना, कहते वो पशु ही है। फिर जिन्हों प्रभु का डर नहीं, वो फिर किसी को बंदा नहीं समझता, वो बहुत गिर जाता है। ये गत का मतलब है गति, अंदर गत कायम है।
ਤੇ ਇਸ ਕਰਕੇ ਮਹਾਰਾਜ ਜੀ ਕਹਿੰਦੇ ਪ੍ਰਣਵਹਿ ਨਾਮ ਦਿਓ ਨਾ ਕਹਿ ਬਿਨਾ ਨਹਿ ਸੋ ਹੈ 32 ਲਕਸ਼ਣਾ। ਭਾਵੇਂ ਤੂੰ 32 ਤਰ੍ਹਾਂ ਦੇ ਸ਼ਿੰਗਾਰ ਕਰ ਲਏ, ਪਰ ਜਿਹੜੇ ਅੰਦਰ ਪ੍ਰਭੂ ਦੇ ਨਾਮ ਦੀ ਗੱਤ ਨਹੀਂ ਹੈ ਨਾ, ਭਾਉ ਨਹੀਂ ਹੈ, ਕਹਿੰਦੇ ਫਿਰ ਤੇਰਾ ਨਾਕੀ ਨਹੀਂ। ਪ੍ਰਣਵਹਿ ਨਾਮ ਦਿਓ ਨਾ ਕਹਿ ਬਿਨਾ, ਨਾਕੀ ਨਹੀਂ ਹੈ, ਜਿੰਨੇ ਮਰਜ਼ੀ ਸ਼ਿੰਗਾਰ ਕਰ ਲੋ। ਨਹਿ ਸੋ ਹੈ 32 ਲਕਸ਼ਣਾ। ਤੇ ਮਹਾਰਾਜ ਕਹਿੰਦੇ ਗੱਤ ਕੀ ਹੈ? ਭਾਈ ਗੁਰਦਾਸ ਜੀ ਕਹਿੰਦੇ ਆ ਰੱਬ ਦੇ ਦਰ ਤੇ ਆਈਏ, ਕੱਲੇ ਜੋੜੇ ਜੋੜੇ ਘਰ 'ਚ ਨਾ ਲਾ ਕੇ ਆਈਏ, ਆਪਣੀ ਮੱਤ ਵੀ ਉੱਥੇ ਰੱਖ ਆਈਏ, ਆਪਣੀ ਪੱਤ ਵੀ ਉੱਥੇ ਰੱਖ ਆਈਏ, ਆਪਣੀ ਗੱਤ ਵੀ ਉੱਤੇ ਰੱਖ ਆਈਏ, ਆਪਣੀ ਰੱਤ ਵੀ, ਸਭ ਕੁਛ। ਤੇ ਇੱਥੇ ਆ ਕੇ ਕੀ ਕਰੀਏ? ਦਰਸ਼ਨ ਦੇਖਤੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਪੈ ਨਾ ਮਤ ਹੈ, ਸੁਰਤ में ना सुरत और ध्यान में ना ध्यान रहे हो, ज्ञान में ना ज्ञान रहे हो, गत में ना गत है, धीरज को धीरज, गर्भ को गर्भ गए हो, रत में ना रत रही, पत रत पत है, अद्भुत परमत बुद्ध बिस्म बिस्म आश्चर्य आश्चर्य अत अत है। कहते जे इत्थे गत लैन आउणी है ते फिर अपनी सियाणप त्याग के आ, ये वाली सियाणप तां मिलेगी, ये गत तां मिलेगी जिस गत दी उस्तत इस धरती ते नहीं। रे रे दरगाह कहे ना कोई आओ बैठ आदर सब दे। कहते ये गत दरगाह का भी आदर देगी। इस करके जेह सिमरत गत पाई है तेह भज रे तै मीत, कहो नानक सुन रे मना, औद घटत है नीत। महाराज कहते समा ते रोज बतीत हो रहा, ये कला दिन नहीं बतीत हो रहा, ये रात भी बतीत हो रही है। बंदिया जे दिन नहीं सांभिया जाता तो रब के सिमरन च रात सांभ लै। जे दिन लगता है कि काम बहुत ने, बहुत काम, ये भी पे है, ये भी पे है, गुरु ग्रंथ साहब की बाणी कहती है काम इन्ने ने, काम कभी पूरे नहीं होंगे, बंदा ही पूरा होएगा, बंदा ही इत्थों जाएगा। नबी ने भी क्या, काम बहुत थे, काम होते भी चले गए, बस एक इबादत थी जो टलती रही, जो टलती रही। कल करांगे जी पाठ, कल करते हैं, कल करते हैं। महाराज कहते औद ते समा ते घटदा जा रहा है, याद रखी काम कदी नहीं खत्म होणगे। ये भुलेखा है कि काम खत्म, वो कर ला तो फिर मैं फिर सुखी हो जा, वो हो जाए। महाराज कहते जिन्ने मर्जी कारज करी जा, एक कारज तो बाद 10 कारजां दी सिरदर्दी होर खड़ी हो जाती है। असीं कहने हैं ना बच्चा विआह दीए ते बेफिक्र हो जाएंगे, ते अगे गुरु ग्रंथ साहब जी की बाणी कहती है, कहते विआह के बेफिक्री नहीं, अगे जेड़े मामले पैने उहदा कोई अंत नहीं। जां कुवारी तां चाओ, बेवाही तां मामले। महाराज कहते अगे ते काम नहीं खत्म होने कदी किसी दे। इस करके साहब जी कहते इन्हां कामां दे विच प्रभु नूं चेते कर। औद कहते ये समा, ये सब कुछ घटदा जा रहा, औद घटै दिन सरैण आरे मन, गुरमिल काज सवारे। दुनिया के काज नहीं खत्म होणगे, पर ये वाला काज सवार लै। साहिब जी अगे कहते दुनिया के लोगों सुनो भाई, 5 तत्त को तन रचियो, जानो चतुर सुजान, जेते उपजयो नानका, लीन ताहे मेहमान। 5 तत्त उन्हें बनाए ने। बंदा कहता मैं घर बनाया, मैं परिवार बनाया, मैं कारोबार बनाया, मैं सवारी बनाई, मैं इन्ना सोना गहना गट्टा ये वो किन्ना कुछ, कोई अंत नहीं। महाराज कहते एक बारी खलो भाई, रहाओ कला बाणी वास्ते नहीं है कि शब्द दे विच रहाओ पढ़ लिया तो हो गई छुट्टी। रहाओ एक सिख की जिंदगी का एहसास भी है कि भाई अपनी जिंदगी च रहाओ लैके आ, ठहराओ लैके आ, सोच खड़, एक ठम्मा जा साह लैके देख की तू बनाया, की तू लैके जाएगा नाल। इत्थे ते बड़ी शोभा है, पर अगे महाराज गुरु नानक साहब ने सूई देती सी कि लै जाई। वो कहता सूई तो जानी नहीं, कहते जे सूई नहीं जानी तो बाकी तेरे घर के बाहर जेडे झंडे झंडे झूलते हैं तू लै जाएगा नाल। महाराज जी यही समझाते भलियो, ये 5 तत्त उस रब ने दिती है, ये कोई बना सकता, कोई नहीं बना सकता। गुरु ग्रंथ साहब की बाणी 5 तत्त कर तुद श्रेष्ठ सब साजी। जपो जी 5 तत्त कर तुद श्रेष्ठ सब साजी। कोई 6वां करे हो जे किछ कीता होवे। महाराज कहते मैं तेनू तां मन्ना कि तू इन्हां 5 तत्तां तो लैदा कोई 6वां बना के दिखा, तां तू मान करे ना मैं ये बनाया, मैं ये बनाया, मैं। महाराज कहते 6वां तत्त चल बना के दिखा। फिर ये 5 ने अप तेज वायु पृथ्वी आकाशा, पानी बनाया, अगन बनाया, रब ने धरती बनाई, आसमान बनाया, ये सारा कुछ बनाया, अग्नि पानी हवा
आसमान ते धरती, कहते तू छेवा बना तो मैं तेनों मन्ना। बना सकता है कोई? कोई नहीं बना सकता। कहते उस रब की दिती हुई दातां विचों तू बना लिया तो तू बड़ा मान करदा। कहते याद रखी जिहड़ा रब तो बनया ना वो रब दे विच फना होने वाला है। आ पंज तत्त भी उस रब की दात है, उहदे ही तत्त ने। कहते जिस दिन ये मिट्टी मिट्टी विच लीन होगी, पानी पानी अगन अगन, कहते उत्थे फिर बंदा कित्थे गया, कित्थे है फिर तू? कहते उस दिन भी सोच, अज तू मिट्टी नूं निंदना है, कल नूं याद रखी फरीदा खाख ना निंदी है, खाखू जेड ना कोए, जिउंदियां पैरां थले मोया उपर होए। कहते खाक ही होना है, ये सिर ते पैनी है, इनू ही खाक बन के। इस करके नबी कहता है अब तो इत्र मिट्टी का लगाते हैं पोशाक पे कि खाक से उल्फत रहे, आखिर मिलना है खाक से। कहते इन्ना ही इन्नी निमरता लैके आ जिहड़ी निमरता इन्हां पंजां तत्तां दी है। किवें दी निमरता? महाराज कहते पानी निर्मल दा निर्मल है। गुरु अर्जुन साहब महाराज ब्रह्म ज्ञानी निर्मल ते निर्मला, जैसे मैल ना लग गया जल। असीं कहते नहीं नहीं मैला हो गया पानी, सर्फ कपड़े धोते मैला हो गया, नहाते धोते ये घर धोता, पानी मैला दिसदा है। पानी जिथे खड़ जाएगा सूरज दियां किरणां पईयां, पानी ते उड़ जाएगा मैल थल्ले दी थल्ले। भाई ब्रह्म ज्ञानी वाला सुभाव निर्मल तो निर्मल पानी वाला है। धरती का सुभाव, ये पंज तत्तां का सुभाव क्या है ब्रह्म ज्ञानी का? कहते ब्रह्म ज्ञानी क्या धीरज एक। ब्रह्म ज्ञानी उस तरह है जिस तरह एक धरती है। कोई धरती नूं कई लैके पट्टन लग जाए, धरती शराब थोड़ी देगी। कोई कहे नहीं जी मैं धरती नूं कई लैके पट्टन लग जाए, धरती शराब थोड़ी देगी। कोई कहे नहीं जी मैं जी चंदन का लेप कर देना सारी धरती ते, कोई धरती उन्होंने बड़े वरदान थोड़ी दे देगी। नहीं, कोई ब्रह्म ज्ञानी नूं निंद दे ते भावें उहदी शोभा कर दे, ब्रह्म ज्ञानी अडोल है। ब्रह्म ज्ञानी क्या धीरज एक, जो बसदा को खुद है को चंदन ले। इस तरीके नाल हवा भी वहंदी है, पर हवा ये थोड़ी वहंदी है कि ये गरीब इनू नहीं लगनी, ये अमीर इनू इनू लगांगे, नहीं। जो राज रंग को लग है तुल पवान, ये ब्रह्म ज्ञानी का सुभाव है। कहते पंज तत्तां का शरीर बनया, पंज तत्तां का मन बनया, इन्हां पंजां नूं भुल के गर्क गया है। जिन्हां अपना बना लिया तो कहता मेरा 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 मेरा, कहते उन्हें इतना क लग गया ठिनका, कहते आ मारिया ना ठिनका, कहते बस गया तन। कहते आ पानी का बुलबुला है, हाँ कहा विसासा इस भांडे का। इस करके महाराज कहते पंजां तत्त उहदे बनाए हुए ने, पांच तत्त को तन रचियो जानो चतुर सुजान का मतलब मेरा मेरा मैं। ये सुजान बंदा कहता मेरे तो वड्डा कोई नहीं। महाराज कहते याद रखी जेह ते उपजियो नानका, बनाया उन्हें, उन्हें कहता चल आ हुण समा हो गया पूरा, फिर की करेगा? लीन ताहे मैं उहदे विच लीन होना। इस करके मान ना कर। आखिरी श्लोक अज दा, घट घट मैं हर जू बसै संतन कहो पुकार। थोड़ा जा इनू असी अगले हफ्ते विचारांगे, ये दर्शन कर जाइए कि महाराज जी कहते गुरु तेग बहादुर साहब कहते तेरे अंदर रब है, पर उन्ना चिर तक नहीं दिखना जिन्ना चिर तक तेनू सारियां विच रब नहीं दिसेगा, उन्ना चिर तक प्रगट नहीं होना। जब तक तू ये ना कह दे कि सवै घट राम बोलै, रामा बोलै, राम बिना को बोलै रे, एकल माटी कुंचर चीटी भाजन है बहु नाना रे। सारे भांडे उहदे बनाए हुए, तो कोई काला कोई गोरा, कोई लंबा कोई छोटा, कोई उच्चा कोई नीमा, कोई अमीर कोई गरीब, सारे तो उहदे ने ना। घट घट मैं हर जू बसै संतन कहो पुकार। रब दे बंदियां ने पुकार पुकार के दसिया कि जे तू रब की बंदगी करन लगिया दुश्मन ते मित्र नूं चेते करेगा फिर तेरी बंदगी नहीं होई। जब धारै को बैरी मीत तब लग निहचल ना ही चीत फरीदा, बुरे दा भला कर गुस्सा। इस करके महाराज कहते सब के अंदर वो वस रहा, पर कोई विरला सोच लै। जिहड़ा निंदा उस तक तो उठेगा वही तो सोचेगा, जिहड़ा दुश्मनी ते मित्रता तो उत्ते उठेगा वही तो सोचेगा। जिहड़ा अमीर गरीबी तो असी कोई ताकतवर बंदा उहदे अगे सिर झुकाता, कोई मातड़ है तो उहदी ऐसी तैसी कर नहीं, इक्को जा सारियां दे नाल। घट घट मैं हर जू बसै, जू बसै का मतलब प्रभु ही वस रहा, उहदी ही कायनात वरत रही है। संतन कहो ये पुकार के आखिरी तन गुरु तेग बहादुर साहब जी जपो जी, कहो नानक तेहे भज मना भौ निध उतरै है पार। यदि विचार असी हुण अगले हफ्ते
ਕਰਾਂਗੇ ਕਿ ਉਸ ਪਾਰ ਬ੍ਰਹਮ ਪਰਮੇਸ਼ਵਰ ਨੂੰ ਚੇਤੇ ਕਰ, ਜਿਹਨੂੰ ਚੇਤੇ ਕੀਤੀਆਂ। ਭਉਨਿਧ ਕਿਹਨੂੰ ਕਿਹਾ? ਇਹ ਲਫ਼ਜ਼ ਬਣਿਆ ਭਵਨਿਧ ਤੋਂ, ਭਵਨਿਧ ਬਣਿਆ ਭਵ ਜਲ ਤੋਂ। ਕਹਿੰਦੇ ਜਿਹੜਾ ਉਸ ਪ੍ਰਭੂ ਨੂੰ ਚੇਤੇ ਕਰੇਗਾ ਇਸ ਅਵਸਥਾ 'ਚ, ਉਹੀ ਸਿਰਫ ਇਸ ਭਵਜਲ ਤੋਂ ਪਾਰ ਹੋ ਸਕਦਾ ਹੈ, ਨਹੀਂ ਤੇ ਸਾਰੇ ਪਾਣੀ ਪਾਵਕ ਤਿਨ ਹੈ ਕੀਆ, ਇਸ ਅਗ ਰੂਪੀ ਭਵਜਲ 'ਚ ਡੁੱਬ ਰਹੇ ਆ। ਤਿਤ ਸਰਵਰੜੈ ਪਹਿਲੇ ਨਿਵਾਸਾ, ਪਾਣੀ ਪਾਵਕ ਤਿਨ ਹੈ ਕੀਆ, ਪੰਕਜ ਜੋ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹ ਡੂਬੀਅ। ਮਨ ਏਕ ਨਾ ਚੇਤਸ, ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲੇ। ਸੋਨੂੰ ਚੇਤੇ ਕੀਤਿਆਂ ਭਵ ਸਾਗਰ ਤੋਂ ਪਾਰ ਹੋਣਾ। ਸਮਾਂ ਸਮਾਪਤ ਹੈ ਜੀ। 12 ਸ਼ਲੋਕਾਂ ਤੱਕ ਸਤਿਗੁਰੂ ਜੀ ਦੇ ਅਸੀਂ ਸ਼ਲੋਕਾਂ ਦੇ ਦੀਦਾਰ ਕੀਤੇ ਨੇ। ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ। ਆਪ ਬਹੁਤ ਦਾਨਿਸ਼ਮੰਦ ਬਿਰਤੀ ਦੇ ਵਿੱਚ ਬੈਠੇ ਹੋ, ਸਿਆਣੇ ਸੱਜਣ, ਬਹੁਤ ਹੀ ਗਿਆਤਾ ਹੋ ਬਾਣੀ ਦੇ। ਸੋ ਜੀ ਮੇਰੀਆਂ ਭੁੱਲਾਂ ਮੇਰੀ ਝੋਲੀ ਪਾ ਦਿਓ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ੁਕਰਾਨਾ, ਪ੍ਰਬੰਧਕਾਂ ਦਾ, ਆਪ ਸਾਰੀਆਂ ਸੰਗਤਾਂ ਦਾ, ਭਾਈ ਸਾਹਿਬ ਹੋਰਾਂ ਦਾ, ਸੇਵਾਦਾਰ ਹੋਰਾਂ ਦਾ, ਸਮੁੱਚੇ ਤੌਰ ਤੇ ਸਾਰਿਆਂ ਦਾ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਗੱਜ ਵੱਜ ਕੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਬੇਨਤੀ ਹੈ ਜੀ, ਸਤਿ 11 ਤਰੀਕ ਬੰਗਲਾ ਸਾਹਿਬ ਦੀ ਹਾਜ਼ਰੀ ਹੈ ਜੀ। ਚੜ੍ਹਦੀ ਕਲਾ ਟਾਈਮ ਟੀਵੀ ਤੇ ਸਰਵਣ ਕਰ ਸਕਦੇ ਹੋ ਆਪ ਸਵੇਰੇ 7:30 ਤੋਂ 8:30। ਤੇ 13 ਤਰੀਕ 13 ਮਾਰਚ ਨੂੰ ਗੁਰਦੁਆਰਾ ਸ੍ਰੀ ਗੁਰੂ ਸੀਸਗੰਜ ਸਾਹਿਬ ਵਿਖੇ ਹਾਜ਼ਰੀ ਹੈ। ਪੀਟੀਸੀ ਸਿਮਰਨ ਤੇ ਆਪ ਸੁਣ ਸਕਦੇ ਹੋ ਜੀ, ਲਾਈਵ ਦਰਸ਼ਨ ਕਰ ਸਕਦੇ ਹੋ ਉੱਥੇ ਗੁਰੂ ਤੇਗ ਬਹਾਦਰ ਸਾਹਿਬ ਦੇ ਸਥਾਨ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੰਕਲੀ ਮਹਲਾ ਤੀਜਾ। ਅਨੰਦ ਓੰਕਾਰ ਸਤਿਗੁਰ ਪ੍ਰਸਾਦਿ। ਆਨੰਦ ਭਇਆ ਮੇਰੀ ਮਾਇਆ ਸਤਿਗੁਰੂ ਮੈਂ ਪਾਇਆ, ਸਤਿਗੁਰ ਕਾ ਪਾਇਆ ਸਿੱਧੀ ਮੰਦੀਆਂ ਵਧਾਈਆਂ। ਰਾਗ ਰਤਨ ਪਰਵਾਰ ਪਰੀਆਂ, ਸਤਿਗੁਰੂ ਆਈਆਂ ਸਤਿਗੁਰ ਦਾ ਹਰਿ ਕੀ ਦਾ ਮੰਜ ਨਿ ਵਸਾਇਆ। कहना